जे तुसी चाहते हो कि कोई चेंज आवे तो चेंज ऑलवेज स्टार्ट्स फ्रॉम होम। बायोलॉजिकली एक कुड़ी ते एक मुंडा कदे भी इक्वल नहीं हो सकते। मेरे ਜਿਹੜੇ फैमिली वैल्यूज़ ने ਉਹਦੇ ਵਿੱਚ ਸਾਨੂੰ ਇਹ ਪਾਇਆ ਜਾਂਦਾ ਹੈ ਕਿ ਤੁਸੀਂ ਉੱਤੇ ਦੀਆਂ ਗੱਲਾਂ ਬਾਅਦ 'ਚ ਦੇਖੋ, ਤੁਸੀਂ ਪਹਿਲਾਂ ਗਰਾਊਂਡ ਰੂਟ ਲੈਵਲ ਤੋਂ ਸਟਾਰਟ। ਇਹ ਕੇਸ ਜਿਹੜਾ ਹੈ यूपी वाला, ਇਹਦੇ ਵਿੱਚ ਦੋ ਸ਼ਰਮਨਾਕ ਚੀਜ਼ਾਂ ਹੈ। ਇੱਕ ਤਾਂ ਫੈਮਿਨਿਜ਼ਮ ਤੇ ਮਤਲਬ ਇੱਕ ਸੋਸ਼ਲ ਸਿਕਿਉਰਿਟੀ ਹੈ ਫੀਮੇਲ ਦੀ, ਉਹਦੇ ਤੇ ਤਾਂ ਅਟੈਕ ਹੋਇਆ ਹੀ ਹੋਇਆ, ਤੇ ਦੂਸਰਾ ਆਪਾਂ ਨੂੰ ਪਤਾ ਹੈ ਕਾਸਟਿਜ਼ਮ। ਜੇ ਕਿਸੇ ਨੂੰ ਤੁਸੀਂ ਦੁਆ ਦੇਣੀ ਹੈ ਤਾਂ ਤੁਸੀਂ ਉਹਨੂੰ ਕਹੋਗੇ ਸਦਾ ਸੁਹਾਗਣ ਰਹੋ, ਤੇਰਾ ਮੁੰਡਾ ਹੋਵੇ। ਜੇ ਗਾਲ ਕੱਢਣੀ ਹੈ ਤਾਂ ਮਾਂ ਦੀ, ਧੀ ਦੀ। ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਵੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸ਼ੇਡਸ ਆਫ ਵੂਮਨ ਤੇ ਮੈਂ ਤੁਹਾਡੇ ਨਾਲ ਕੌਮਿਤਾ ਮਿਨਹਾਸ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਕੁਝ ਕਰਨ ਦੀ ਚਾਹ ਹੁੰਦੀ ਹੈ ਤੇ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਹੁੰਦਾ ਹੈ ਸੋਸਾਇਟੀ ਲਈ, ਜਾਂ ਕੁਝ ਵੱਖਰਾ ਜਾਂ ਕੁਝ ਹਟ ਕੇ। ਉਹਨਾਂ ਦੇ ਅੰਦਰ ਜਿਹੜਾ ਆ ਇੱਕ ਜਨੂਨ ਹੁੰਦਾ ਕੁਝ ਕਰਨ ਲਈ। ਸੋ ਸਾਡੇ ਨਾਲ ਅੱਜ ਜਿਹੜੇ ਮਹਿਮਾਨ ਨੇ ਉਹ ਨੇ ਅੰਮ੍ਰਿਤ ਕੌਰ। ਉਮਰ ਕਾਫੀ ਛੋਟੀ ਹੈ ਤੇ ਹੌਸਲੇ ਕਾਫੀ ਨੇ, ਸੋ ਬਹੁਤ ਕੁਝ ਸੋਚਿਆ ਹੋਇਆ ਉਹਨਾਂ ਨੇ ਕਰਨ ਦਾ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋਡਿਊਸ ਕਰਵਾ ਦਿੰਦੇ ਹਾਂ ਉਹਨਾਂ ਨਾਲ ਤੇ ਵੈਲਕਮ ਕਰਦੇ ਹਾਂ। ਅੰਮ੍ਰਿਤ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਿਜ਼ਨ ਪੰਜਾਬ ਟੀਵੀ ਤੇ। ਅੰਮ੍ਰਿਤ, ਤੁਸੀਂ ਅਜੇ ਤੱਕ, ਮੈਂ ਤੁਹਾਨੂੰ ਦੱਸ ਦੇਵਾਂ ਪਹਿਲਾਂ ਅੰਮ੍ਰਿਤ ਬਾਰੇ ਕਿ ਅੰਮ੍ਰਿਤ ਇੱਕ ਸਟੂਡੈਂਟ ਹੈ, ਗ੍ਰੈਜੂਏਸ਼ਨ ਕੀਤੀ ਹੈ ਅਜੇ ਤੱਕ ਤੇ ਪੋਸਟ ਗ੍ਰੈਜੂਏਸ਼ਨ ਦੀ ਅੱਗੇ ਜਿਹੜਾ ਉਹ ਤਿਆਰੀ ਹੋ ਰਹੀ ਹੈ। ਇਸ ਦੇ ਨਾਲ ਨਾਲ ਜੇ ਤੁਹਾਨੂੰ ਦੱਸੀਏ ਤਾਂ ਅੰਮ੍ਰਿਤ ਜਦੋਂ ਮੋਹਾਲੀ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਸੀਗਾ ਖੇਤੀ ਬਿੱਲਾਂ ਦੇ ਖਿਲਾਫ, ਖੇਤੀ ਕਾਨੂੰਨ ਦੇ ਖਿਲਾਫ, ਜਦੋਂ ਮੋਹਾਲੀ ਵਿੱਚ ਪ੍ਰੋਟੈਸਟ ਹੋ ਰਿਹਾ ਸੀ ਤਾਂ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਬਹੁਤ ਘੱਟ ਕੁੜੀਆਂ, ਬਹੁਤ ਘੱਟ ਔਰਤਾਂ ਦੇਖੀਆਂ ਗਈਆਂ। ਪਰ ਮੋਹਾਲੀ ਦੇ ਵਿੱਚ ਪ੍ਰੋਟੈਸਟ ਵਿੱਚ ਵੀ ਕੁਝ ਕੁੜੀਆਂ ਜਿਹੜੀਆਂ ਉਹ ਮੌਜੂਦ ਸੀ। ਸੋ ਉਹਨਾਂ ਵਿੱਚੋਂ ਇੱਕ ਅੰਮ੍ਰਿਤ ਵੀ ਉੱਥੇ ਮੌਜੂਦ ਸੀ। ਇਸ ਤੋਂ ਇਲਾਵਾ ਅੰਮ੍ਰਿਤ ਹੋਰ ਕੁਝ ਆਪਣੇ ਹਿਸਾਬ ਦੇ ਨਾਲ ਜਿੰਨਾ ਕਿ ਵੀ ਸੋਸ਼ਲੀ ਕੰਟਰੀਬਿਊਟ ਕਰ ਸਕਦੇ ਆ, ਸੋਸ਼ਲ ਵਰਕਰ ਦੇ ਵਜੋਂ, ਉਹ ਵੀ ਅੰਮ੍ਰਿਤ ਵੱਲੋਂ ਕੀਤਾ ਜਾਂਦਾ ਹੈ। ਸੋ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਅੱਜ ਔਰਤ ਨੂੰ ਕਿਸ ਤਰ੍ਹਾਂ ਸਮਾਜ ਦੇ ਵਿੱਚ ਦੇਖਦੇ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਹੁਣ ਦੇਸ਼ ਦੇ ਵਿੱਚ ਪੈਦਾ ਹੋਇਆ, ਸਭ ਨੂੰ ਪਤਾ ਹੈਗਾ ਕਿ ਯੂਪੀ ਦੇ ਵਿੱਚ ਹਾਲ ਹੀ ਦੇ ਵਿੱਚ 2 ਘਟਨਾਵਾਂ ਹੋ ਕੇ ਹਟੀਆਂ ਨੇ। ਇਹ ਕੋਈ ਪਹਿਲੀ ਗੱਲ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਕੁੜੀਆਂ ਦੇ ਨਾਲ ਜਿਹੜੀਆਂ ਉਹ ਹੁੰਦੀਆਂ ਆਈਆਂ ਨੇ, ਉਸ ਉੱਤੇ ਵੀ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਅੰਮ੍ਰਿਤ ਤੋਂ ਜਾਣ ਲੈਂਦੇ ਹਾਂ। ਅੰਮ੍ਰਿਤ, ਸਭ ਤੋਂ ਪਹਿਲਾਂ ਤਾਂ ਇਹੀ ਜਾਣਾਂਗੇ ਕਿ ਤੁਹਾਡੀ ਉਮਰ ਕਾਫੀ ਛੋਟੀ ਹੈ, ਉਸ ਦੇ ਬਾਵਜੂਦ ਵੀ ਤੁਸੀਂ ਪ੍ਰੋਟੈਸਟ ਵਿੱਚ ਵੀ ਦਿਖਾਈ ਦਿੱਤੇ, ਤੁਸੀਂ ਆਪਣਾ ਕੰਟਰੀਬਿਊਸ਼ਨ ਦਿੱਤਾ ਹੈਗਾ ਆ। ਪਹਿਲਾਂ ਤਾਂ ਆਪਣੇ ਬਾਰੇ ਦੱਸੋ ਕਿ ਤੁਹਾਨੂੰ ਇੰਨੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਕਿੱਥੋਂ ਆਇਆ ਕਿ ਮੈਂ ਵੀ ਜਿਹੜਾ ਆ ਇਸ ਪ੍ਰੋਟੈਸਟ ਦਾ ਹਿੱਸਾ ਬਣਾ, ਜਾਂ ਤੁਸੀਂ ਕੁਝ ਸੋਸ਼ਲ ਵਰਕਰ ਵਜੋਂ ਵੀ ਤੁਸੀਂ ਕੰਮ ਕਰਦੇ ਹੋ, ਕੁਝ ਜ਼ਰੂਰਤਮੰਦ ਦੀ ਹੈਲਪ ਵੀ ਕਰਦੇ ਹੋ। ਸੋ ਇਹ ਸਾਰੀ ਸੋਚ ਜਿਹੜੀ ਆ ਉਹ ਕਿੱਥੋਂ ਆਉਂਦੀ ਹੈ ਤੇ ਕਿੱਥੋਂ ਤੁਹਾਨੂੰ ਸਪੋਰਟ ਮਿਲਦੀ ਆ? ਫਸਟ ਆਫ ਆਲ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਤੇ ਆਪਾਂ ਵੂਮਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ ਤਾਂ ਇੱਕ ਸਭ ਤੋਂ ਪਹਿਲਾ ਰੀਜ਼ਨ ਤਾਂ ਮੇਰਾ ਉੱਠਣ ਦਾ ਇਹੀ ਹੈ ਕਿ ਤੁਸੀਂ ਇੰਪਾਵਰਮੈਂਟ ਦਿਖਾਣੀ ਹੈ। ਤਾਂ ਉਹ ਸਿਰਫ ਤੁਹਾਨੂੰ ਪਾਇਲਟ ਬਣ ਕੇ, ਇੰਜੀਨੀਅਰ ਬਣ ਕੇ, ਡਾਕਟਰ ਬਣ ਕੇ ਨਹੀਂ ਮਿਲਣੀ। ਜਿਹੜੀ ਇੰਪਾਵਰਮੈਂਟ ਉਹ ਗਰਾਊਂਡ ਰੂਟ ਲੈਵਲ ਤੋਂ ਹੀ ਸ਼ੁਰੂ ਹੁੰਦੀ ਹੈ। ਫਿਰ ਤੁਸੀਂ ਕਿਸੇ ਇੱਕ ਦੂਸਰੀ ਕਮਿਊਨਿਟੀ ਨੂੰ ਸਪਰੈਸ ਕਰਕੇ ਆਪ ਉੱਤੇ ਉੱਠਣਾ, ਜਿੱਦਾਂ ਤੁਸੀਂ ਇੱਕ ਮੇਲ ਉਹਨੂੰ ਸਪਰੈਸ ਕਰਕੇ ਜੇ ਤੁਸੀਂ ਉਹਦੇ ਇਕੁਅਲੀ ਖੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਜਾ ਕੇ ਬੋਲਣਾ ਪਏਗਾ। ਵੂਮਨ ਇੰਪਾਵਰਮੈਂਟ ਉਹ ਤੋਂ ਉੱਤੇ ਉੱਠਣਾ ਨਹੀਂ ਹੈ, ਉਹਦੇ ਨਾਲ ਜਾ ਕੇ ਖੜਨਾ ਹੈ। ਇਹਨੂੰ ਵੂਮਨ ਇੰਪਾਵਰਮੈਂਟ ਕਿਹਾ ਜਾਂਦਾ ਹੈ। ਫਿਰ ਦੂਸਰੀ ਗੱਲ, ਜੇ ਤੁਸੀਂ ਪੋਲੀਟੀਕਲੀ ਅਵੋਕ ਹੋ, ਡਜ਼ ਨਾਟ ਮੈਟਰਸ ਕਿ ਤੁਸੀਂ ਇੱਕ ਕਿਸਾਨ ਫੈਮਿਲੀ ਨੂੰ ਬਿਲੋਂਗ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਇਹ ਤੁਹਾਡੀ ਸੈਕੰਡਰੀ ਚੀਜ਼ ਹੈ। ਜੇ ਤੁਸੀਂ ਪੋਲੀਟੀਕਲੀ ਅਵੋਕ ਹੋ ਤੇ ਤੁਹਾਨੂੰ ਪਤਾ ਹੈ ਕਿ ਤੁਸੀਂ 134 ਕਰੋੜ ਦੀ ਪੋਪੂਲੇਸ਼ਨ ਦੇ ਵਿੱਚੋਂ ਇੱਕ ਹੋ, ਤੇ ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਚੇਂਜ ਆਵੇ ਤਾਂ ਚੇਂਜ ਆਲਵੇਜ਼ ਸਟਾਰਟਸ ਫਰੋਮ ਹੋਮ। ਘਰੋਂ ਹੀ ਸ਼ੁਰੂ ਹੁੰਦਾ ਹੈ ਚੇਂਜ। ਤੁਸੀਂ ਕਦੇ ਵੀ ਦੂਸਰਿਆਂ ਤੇ ਇੱਦਾਂ ਹੱਥ ਤੇ ਹੱਥ ਰੱਖ ਕੇ ਬੈਠ ਕੇ ਨਹੀਂ ਦੇਖ ਸਕਦੇ ਵੀ ਉਹਨੇ ਕਰ ਲੈਣਾ ਹੈ, ਉਹਨੇ ਕਿਹਾ ਮੈਂ ਕੁੜੀ ਹਾਂ ਜਾਂ ਮੈਂ ਛੋਟੀ ਹਾਂ। ਤਾਂ ਇੱਕ ਇੱਦਾਂ ਦਾ ਐਮਪਾਵਰਿੰਗ ਇੱਥੋਂ ਦੀ ਉੱਠਦਾ ਹੈ ਕਿ ਤੁਸੀਂ ਰੂਟ ਲੈਵਲ ਤੋਂ ਸਟਾਰਟ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ। ਹੁਣ ਹਰ ਇੱਕ ਬੰਦੇ ਦੀ ਇੰਨੀ ਕੈਪੈਸਿਟੀ ਨਹੀਂ ਹੁੰਦੀ ਹੈਗੀ, ਹਰ ਇੱਕ ਮੁੰਡਾ ਵੀ ਮਤਲਬ ਬਿਲਕੁਲ ਉਚਾਈਆਂ ਤੇ ਨਹੀਂ ਪਹੁੰਚ ਪਾਉਂਦਾ, ਹਰ ਇੱਕ ਕੁੜੀ ਵੀ ਉਸ ਤਰ੍ਹਾਂ, ਉਹ ਤਾਂ ਮੈਂਟਲ ਕੈਪੇਬਿਲਿਟੀ, ਓਪਰਚੁਨਿਟੀ ਜਿੱਥੇ ਤੁਹਾਨੂੰ ਮਿਲੇ। ਤੇ ਜਿੱਦਾਂ ਤੁਹਾਡੇ ਤੁਸੀਂ ਜਿੱਦਾਂ ਮੈਨੂੰ ਕਿਹਾ ਸਪੋਰਟ ਦੀ ਗੱਲ ਹੈ, ਤਾਂ ਮੇਰੇ ਪੇਰੈਂਟਸ ਇਸ ਗੱਲ 'ਤੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਜਿੱਦਾਂ ਕਿ ਅਸੀਂ ਕਦੇ ਕਦੇ ਵਿਕੇਸ਼ਨ ਵਾਸਤੇ ਪਿੰਡ ਜਾਈਦਾ ਅਤੇ ਮੇਰਾ ਜਿਹੜਾ ਫੈਮਿਲੀ ਬੈਕਗਰਾਊਂਡ ਹੈ ਕਿਸਾਨੀ ਦਾ ਹੀ ਹੈ ਥੋੜ੍ਹਾ ਬਹੁਤ, ਤਾਂ ਉਹ ਮੈਨੂੰ ਇੰਨਾ ਜ਼ਰੂਰ ਸਮਝਾਉਂਦੇ ਆ ਕਿ ਬੀਇੰਗ ਅ ਪਲੇਅਰ, ਉਹ ਮੈਨੂੰ ਇਹ ਕਹਿੰਦੇ ਕਿ ਜਿੱਥੇ ਤੁਹਾਡੇ ਭਰਾ, ਜਿੱਥੇ ਤੁਹਾਡੇ ਤਾਏ, ਜਿੱਥੇ ਤੁਹਾਡੇ ਮੇਲ ਫੈਕਟਰ ਆਫ ਦ ਫੈਮਿਲੀ ਕੰਮ ਕਰ ਰਿਹਾ, ਤੁਸੀਂ ਵੀ ਇੱਕ ਵਾਰ ਉੱਥੇ ਜਾ ਕੇ ਦੇਖੋ। ਫਿਰ ਉਹ ਚਾਹੇ ਧੁੱਪ ਹੋਵੇ ਚਾਹੇ ਛਾਂ ਹੋਵੇ, ਉਹ ਸਾਡੇ ਤੋਂ ਖੇਤੀ ਦਾ ਜਿੰਨਾ ਕੁ ਸਾਡੇ ਤੋਂ, ਵੈਸੇ ਬਾਇਓਲੌਜੀਕਲੀ ਇੱਕ ਕੁੜੀ ਅਤੇ ਇੱਕ ਮੁੰਡਾ ਕਦੇ ਵੀ ਇਕੁਅਲ ਨਹੀਂ ਹੋ ਸਕਦੇ,
ਪਰ ਜਿੰਨਾ ਕੁ ਸਾਡੇ ਹੱਥ ਹੁੰਦਾ ਹੈ, ਜਿੰਨਾ ਕੁ ਸਾਡੇ ਤੋਂ ਕਰਵਾ ਸਕਦੇ ਉਹ ਸਾਡੇ ਤੋਂ ਕਰਵਾਉਂਦੇ ਆ, ਤਾਂ ਜੋ ਸਾਨੂੰ ਪਤਾ ਲੱਗੇ ਅਸੀਂ ਕਿੱਥੋਂ ਉੱਠੇ ਹਾਂ। ਕਿਉਂਕਿ ਐਮਪਾਵਰਮੈਂਟ ਹਮੇਸ਼ਾ ਘਰੋਂ ਸ਼ੁਰੂ ਹੁੰਦੀ ਹੈ। ਆਪਣੇ ਇੰਡੀਆ ਦੇ ਵਿੱਚ ਜਿਹੜੀ ਇਹ ਗੱਲ ਹੈ, ਆਪਾਂ ਐਮਪਾਵਰਮੈਂਟ ਨੂੰ ਇੱਥੇ ਦੇਖਦੇ ਹਾਂ। ਐਮਪਾਵਰਮੈਂਟ ਦੇ ਸਟੈਪਸ ਹੁੰਦੇ ਆ, ਜੇ ਤੁਸੀਂ ਉਹਨੂੰ ਘਰੋਂ ਸਟਾਰਟ ਕਰੋਗੇ ਤਾਂ ਤੁਸੀਂ ਉੱਤੇ ਪਹੁੰਚ ਪਾਓਗੇ। ਕਿਉਂਕਿ ਹਰ ਇੱਕ ਕੁੜੀ ਡਾਕਟਰ ਨਹੀਂ ਬਣ ਸਕਦੀ, ਹਰ ਇੱਕ ਕੁੜੀ ਪਾਇਲਟ ਨਹੀਂ ਬਣ ਸਕਦੀ। ਤਾਂ ਤੁਸੀਂ ਐਮਪਾਵਰਮੈਂਟ ਨੂੰ, ਸਾਨੂੰ ਇਹ ਚੀਜ਼ ਜਿਹੜੀ ਹੈਗੀ ਹੈ ਕਿ ਸਾਨੂੰ ਐਮਪਾਵਰਮੈਂਟ ਨੂੰ ਇਸ ਤਰ੍ਹਾਂ ਨਾਲ ਦੇਖਣਾ ਚਾਹੀਦਾ ਹੈ ਕਿ ਤੁਸੀਂ ਉਹਨੂੰ ਸਿਤਾਰਿਆਂ ਵਾਂਗੂ ਨਾ ਦੇਖੋ, ਤੁਸੀਂ ਉਹਨੂੰ ਇਕੁਐਲਿਟੀ ਵਾਂਗੂ ਦੇਖੋ ਕਿ ਜਿੱਦਾਂ ਜਿਹੜੀ ਕਮਿਊਨਿਟੀ ਨੂੰ ਤੁਸੀਂ ਬਿਲੋਂਗ ਕਰ ਰਹੇ ਹੋ, ਜਿਹੜਾ ਤੁਹਾਡਾ ਫੈਮਿਲੀ ਬਿਜ਼ਨਸ ਹੈ, ਜੋ ਵੀ ਹੈ, ਤੁਸੀਂ ਉਹਦੇ ਵਿੱਚ ਆਪਣਾ ਕੰਟਰੀਬਿਊਟ ਕਰ ਰਹੇ ਹੋ ਕਿ ਨਹੀਂ। ਜੇ ਤੁਹਾਡੇ ਘਰ 'ਚ ਕੋਈ ਦੁਕਾਨ ਹੈ ਤਾਂ ਤੁਸੀਂ ਦੁਕਾਨ 'ਤੇ ਬੈਠ ਰਹੇ ਹੋ ਕਿ ਨਹੀਂ। ਜੇ ਤੁਹਾਡੇ ਘਰੇ ਖੇਤ ਨੇ ਤਾਂ ਤੁਸੀਂ ਖੇਤਾਂ ਦੇ ਵਿੱਚ ਕੋਈ ਕੰਟਰੀਬਿਊਸ਼ਨ ਦੇ ਰਹੇ ਹੋ ਕਿ ਨਹੀਂ। ਇਹਨੂੰ ਐਮਪਾਵਰਮੈਂਟ, ਮੇਰੇ ਜਿਹੜੇ ਫੈਮਿਲੀ ਵੈਲਿਊਜ਼ ਨੇ ਉਹਦੇ ਵਿੱਚ ਸਾਨੂੰ ਇਹ ਪਾਇਆ ਜਾਂਦਾ ਹੈ ਕਿ ਤੁਸੀਂ ਉੱਤੇ ਦੀਆਂ ਗੱਲਾਂ ਬਾਅਦ 'ਚ ਦੇਖੋ, ਤੁਸੀਂ ਪਹਿਲਾਂ ਗਰਾਊਂਡ ਰੂਟ ਲੈਵਲ ਤੋਂ ਸਟਾਰਟ ਕਰੋ। ਸੋ ਅਸੀਂ ਕਹਿ ਸਕਦੇ ਹਾਂ ਕਿ ਅੱਜ ਅੰਮ੍ਰਿਤ ਜੇ ਕੁਛ ਉਹਨਾਂ ਕੁੜੀਆਂ ਦੇ ਵਿੱਚ ਜਿਹੜਾ ਹਾਜ਼ਰ ਹੈ ਜਿਨ੍ਹਾਂ ਨੇ ਪ੍ਰੋਟੈਸਟ ਬਾਹਰ ਨਿਕਲ ਕੇ ਘਰੋਂ ਕੀਤਾ ਹੈ, ਤੇ ਉਹਦੇ ਪਿੱਛੇ ਫੈਮਿਲੀ ਦਾ ਹੱਥ ਹੈ। ਕਿਉਂਕਿ ਫੈਮਿਲੀ ਨੇ ਸ਼ੁਰੂ ਤੋਂ ਸਪੋਰਟ ਕੀਤਾ ਹੈ, ਫੈਮਿਲੀ ਨੇ ਦੱਸਿਆ ਹੈ ਕਿ ਇਕੁਅਲ ਰੱਖਿਆ ਐਕਚੁਅਲ 'ਚ। ਕਿਉਂਕਿ ਅਸੀਂ ਬਹੁਤ ਵਾਰ ਦੇਖਦੇ ਹਾਂ ਗੱਲਾਂ ਕੀਤੀਆਂ ਜਾਂਦੀਆਂ ਨੇ ਹਮੇਸ਼ਾ ਕਿ ਅਸੀਂ ਕੁੜੀਆਂ ਨੂੰ ਮੁੰਡਿਆਂ ਦੇ ਇਕੁਅਲ ਰੱਖਦੇ ਹਾਂ, ਪਰ ਐਕਚੁਅਲ 'ਚ ਤੁਸੀਂ ਜਿਵੇਂ ਕਿਹਾ ਕਿ ਫੈਮਿਲੀ ਤੋਂ ਸ਼ੁਰੂ ਹੁੰਦੀ ਹੈ ਇਹ ਚੀਜ਼। ਸਭ ਤੋਂ ਪਹਿਲਾਂ ਸਾਡੇ ਮਾਂ ਪਿਓ ਜਾਂ ਸਾਡੇ ਫੈਮਿਲੀ ਮੈਂਬਰਸ ਜਿਹੜੇ ਹੈਗੇ ਆ, ਉਹ ਕੀ ਸਾਨੂੰ ਜਦੋਂ ਕਹਿੰਦੇ ਕਿ ਪਾਲਦੇ ਪੋਸਦੇ ਆ, ਕਿ ਉਦੋਂ ਉਹ ਚੀਜ਼ਾਂ ਇਕੁਅਲ ਰੱਖਦੇ ਨੇ। ਇਹ ਵਾਕਈ ਬਹੁਤ ਚੀਜ਼ ਦੀ ਜਿਹੜੀ ਵੈਲਿਊ ਰੱਖਦਾ ਹੈਗਾ ਆ ਕਿ ਪਹਿਲਾਂ ਸਾਡੇ ਦਿਮਾਗ ਵਿੱਚ ਉਹ ਚੀਜ਼ ਬੈਠੇਗੀ ਤਾਂ, ਜੇ ਸਾਨੂੰ ਪਰਵਰਿਸ਼ ਵਿੱਚ ਹੀ ਉਹ ਚੀਜ਼ਾਂ ਦਿੱਤੀਆਂ ਗਈਆਂ ਨੇ। ਅਸੀਂ ਗੱਲ ਕਰਦੇ ਹਾਂ ਕਿ ਘਰ ਵਿੱਚ ਜਿਹੜਾ ਇਕੁਅਲ ਰੱਖਿਆ ਜਾਵੇ, ਪਰ ਸੁਸਾਇਟੀ ਵਿੱਚ ਕੀ ਮਾਂ ਪਿਓ ਇਦਾਂ ਸੋਚ ਸਕਦੇ ਆ ਕਿ ਹਾਂ ਸਾਡੀ ਬੇਟੀ ਇਕੁਅਲ ਹੈਗੀ ਆ ਜਾਂ ਮੁੰਡਿਆਂ ਦੇ ਇਕੁਅਲ ਹੈਗੀ ਆ, ਜਾਂ ਅਸੀਂ ਕੰਪੈਰੀਜ਼ਨ ਦੀ ਗੱਲ ਹੀ ਨਾ ਕਰੀਏ, ਸੇਫ ਹੈਗੀ ਆ ਸਾਡੀ ਬੇਟੀ ਸੁਸਾਇਟੀ 'ਚ? ਕੀ ਅਸੀਂ ਸੋਚ ਸਕਦੇ ਹਾਂ ਯੂਪੀ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਘਟਨਾ ਅਜੇ ਹੋਈ ਸੀ ਹਾਥਰਸ ਵਿੱਚ, ਉਹ ਅਜੇ ਲੋਕ ਪ੍ਰੋਟੈਸਟ ਕਰ ਰਹੇ ਨੇ ਪੂਰੇ ਦੇਸ਼ ਦੇ ਵਿੱਚ। ਇਹ ਕੋਈ ਪਹਿਲਾ ਮਸਲਾ ਨਹੀਂ ਹੈਗਾ, ਇਸ ਤੋਂ ਪਹਿਲਾਂ ਵੀ ਹੋਈਆਂ। ਨਿਰਭਇਆ ਵਾਲਾ ਦਿੱਲੀ ਵਾਲਾ ਕਾਂਡ ਹੋਇਆ ਸੀ, ਪੂਰਾ ਦੇਸ਼ ਉੱਠਿਆ ਸੀ, ਨਾ ਸਿਰਫ ਕੁੜੀਆਂ, ਹਾਲਾਂਕਿ ਹਰ ਵਰਗ ਜਿਹੜਾ ਉੱਠਿਆ ਸੀ ਉਸ ਦੇ ਖਿਲਾਫ। ਉਸ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਹੋ ਰਹੀਆਂ। ਯੂਪੀ ਦੇ ਵਿੱਚ ਹੀ 2 ਘਟਨਾਵਾਂ ਹੋਈਆਂ, ਇਸ ਤੋਂ ਇਲਾਵਾ ਹਰ ਰੋਜ਼ ਅਜਿਹੀਆਂ ਘਟਨਾਵਾਂ ਹੁੰਦੀਆਂ ਆ ਜਿੱਥੇ ਕੁੜੀਆਂ ਦੇ ਨਾਲ ਇੰਨਾ ਜ਼ਿਆਦਾ ਮਾੜਾ ਵਿਵਹਾਰ ਕੀਤਾ ਜਾਂਦਾ ਆ। ਤੇ ਤੁਹਾਨੂੰ ਲੱਗਦਾ ਹੈ ਕਿ ਮਾਪਿਓ ਵੀ ਸੋਚ ਸਕਦੇ ਆ ਕਿ ਵਾਕਈ ਸੁਸਾਇਟੀ ਦੇ ਵਿੱਚ ਜੇ ਸਾਡੀਆਂ ਧੀਆਂ ਜਾਂ ਸਾਡੀਆਂ ਕੁੜੀਆਂ ਬਾਹਰ ਨਿਕਲਦੀਆਂ ਤਾਂ ਉਹ ਸੇਫ ਨੇ? ਇਹ ਕੇਸ ਜਿਹੜਾ ਹੈ ਯੂਪੀ ਵਾਲਾ, ਇਹਦੇ ਵਿੱਚ 2 ਸ਼ਰਮਨਾਕ ਚੀਜ਼ਾਂ ਹੈ। ਇੱਕ ਤਾਂ ਫੈਮਿਨਿਜ਼ਮ ਤੇ ਮਤਲਬ ਇੱਕ ਸੋਸ਼ਲ ਸਿਕਿਉਰਿਟੀ ਹੈ ਫੀਮੇਲ ਦੀ, ਉਹਦੇ ਤੇ ਤਾਂ ਅਟੈਕ ਹੋਇਆ ਹੀ ਹੋਇਆ। ਤੇ ਦੂਸਰਾ ਆਪਾਂ ਨੂੰ ਪਤਾ ਹੈ ਕਾਸਟਿਜ਼ਮ, ਜੋ ਕਿ ਇੰਡੀਆ ਦੇ ਵਿੱਚ ਕਦੋਂ ਤੋਂ ਸ਼ੁਰੂ ਹੋਇਆ ਹੋਇਆ, ਔਰ ਇਹਦੇ ਵਿੱਚ ਸਭ ਦਾ ਹੀ ਇਹਦੇ ਵਿੱਚੋਂ ਹੱਥ ਹੈ, ਮੇਰਾ ਵੀ ਤੁਹਾਡਾ ਵੀ। ਅੱਜ ਕੋਈ ਨਹੀਂ ਪੜ੍ਹ ਰਿਹਾ ਜਾਂ ਕੋਈ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਨਾਲ ਬੋਲਣ ਲੱਗ ਜਾਓਗੇ ਕਿ ਤੂੰ ਕੱਲ ਨੂੰ ਕੂੜੇ ਵਾਲਾ ਬਣੇਗਾ, ਤੂੰ ਕੱਲ ਨੂੰ। ਆਪਾਂ ਨੂੰ ਪਤਾ ਕਿ ਕਮਿਊਨਿਟੀ ਸਟਾਰਟ ਇੱਦਾਂ ਹੋਈਆਂ ਸੀਗੀਆਂ ਲੇਬਰ ਵਾਂਗੂ, ਮਤਲਬ ਹਰ ਇੱਕ ਨੂੰ ਇੱਕ ਜੌਬ ਮਿਲੀ ਸੀਗੀ ਸਟਾਰਟਿੰਗ ਤੋਂ, ਐਂਸ਼ੀਅੰਟ ਟਾਈਮਸ ਤੋਂ, ਪੁਰਾਤਨ ਜ਼ਮਾਨਿਆਂ ਤੋਂ। ਤਾਂ ਆਪਾਂ ਅੱਜ ਵੀ ਉਹਨੂੰ ਇਸ ਤਰ੍ਹਾਂ ਨਾਲ ਗਲੋਰੀਫਾਈ ਕਰਦੇ ਆ ਉਹਨਾਂ ਚੀਜ਼ਾਂ ਨੂੰ ਕਿ ਇਹ ਕੰਮ ਨੀਵੇਂ ਨੇ। ਜਿਸ ਦਿਨ ਸਾਡੀ ਸੁਸਾਇਟੀ 'ਚੋਂ ਇਹ ਕੰਮ ਮੁੱਕ ਗਿਆ ਕਿ ਜਿਹੜਾ ਮੀਨੀਅਲ ਕੰਮ ਹੈ, ਜਿਹੜੀ ਮੀਨੀਅਲ ਜਾਤੀ ਹੈ ਵੀ, ਜਿਸ ਦਿਨ ਅਸੀਂ ਉਹਨੂੰ ਹਟ ਕੇ ਬੋਲਣਾ ਕਿ ਕੰਮ ਦੇ ਬੇਸਿਸ ਤੇ ਜੇ ਅਸੀਂ ਉਹਨੂੰ ਬੰਦ ਕਰ ਦਾਂਗੇ, ਉਹਦੀ ਜਾਤੀ ਦੇ ਬੇਸਿਸ ਤੇ, ਕਿਉਂਕਿ ਪ੍ਰਿਵਿਲੇਜ ਸੈਕਸ਼ਨ ਤੇ ਇੱਕ ਨਾਨ ਪ੍ਰਿਵਿਲੇਜ ਸੈਕਸ਼ਨ ਜਿਹੜਾ ਸੁਸਾਇਟੀ ਦੇ ਵਿੱਚ ਬਣ ਹੀ ਗਿਆ ਹੈ। ਇਹ ਜਿਹੜਾ ਕੇਸ ਸੀਗਾ ਇਹਦੇ ਵਿੱਚ ਇਹੀ ਸੀਗਾ, ਇਹਦੇ ਵਿੱਚ ਮੇਰਾ ਵੀ ਹੱਥ ਹੈ ਤੇ ਤੁਹਾਡਾ ਵੀ ਹੱਥ ਹੈ ਤੇ ਇਹਦੇ ਵਿੱਚ ਸਭ ਦਾ ਹੱਥ ਹੈ। ਕਿਉਂਕਿ ਕਾਸਟਿਜ਼ਮ ਲਈ ਕਿੰਨਾ ਖੜੇ ਹੋਏ ਆ ਆਪਾਂ ਅੱਜ ਤੱਕ। ਬਿਲਕੁਲ। ਫੈਮਿਨਿਜ਼ਮ ਲਈ ਚਲੋ ਮੰਨ ਵੀ ਲਿਆ, ਇੱਕ ਆਵਾਜ਼ ਉਠਾਈ ਜਾ ਰਹੀ ਹੈ, ਅੱਜ ਤੋਂ ਨਹੀਂ ਬਹੁਤ ਟਾਈਮ ਤੋਂ। ਕਾਸਟਿਜ਼ਮ ਲਈ ਕਿੰਨੀ ਕੁ ਉਠਾਈ ਗਈ ਅੱਜ ਤੱਕ? ਬਿਲਕੁਲ। ਇਹ ਚੀਜ਼ਾਂ ਤਾਂ ਹੈ ਹੀ ਹੈ ਕਿ ਇਹ ਚੀਜ਼ਾਂ ਸਾਨੂੰ ਆਪਣੇ ਅੰਦਰੋਂ ਖਤਮ ਕਰਨੀਆਂ ਪੈਣਗੀਆਂ, ਇਹ ਸੋਚ ਸਾਨੂੰ ਖਤਮ ਕਰਨੀ ਪਊਗੀ। ਸੋ ਤੁਸੀਂ ਕਾਸਟਿਜ਼ਮ ਦੀ ਗੱਲ ਕੀਤੀ ਹੈ ਤੇ ਅਸੀਂ ਅਕਸਰ ਕਹਿੰਦੇ ਹਾਂ ਕਿ ਐਜੂਕੇਸ਼ਨ ਦੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਖਤਮ ਹੁੰਦੀਆਂ, ਪਰ ਮੈਂ ਬਹੁਤ ਵਾਰ ਦੇਖਿਆ ਕਿ ਬਹੁਤ ਐਜੂਕੇਟਿਡ ਲੋਕ ਵੀ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਸੋਚਦੇ ਨੇ, ਔਰ ਮੈਨੂੰ ਲੱਗਦਾ ਕਿ ਜਿਹੜੇ ਅਨਪੜ੍ਹ ਨੇ ਸ਼ਾਇਦ ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਸੋਚਦੇ ਨੇ। ਆਪਣੀ ਸੁਸਾਇਟੀ ਦੀ ਪ੍ਰੋਬਲਮ ਹੀ ਇੱਥੇ ਆ ਕੇ ਮੁੱਕ ਜਾਂਦੀ ਹੈ ਕਿਉਂਕਿ ਆਪਣੇ ਲਈ ਐਜੂਕੇਸ਼ਨ ਸਿਰਫ ਲਿਟਰੇਸੀ ਹੈ। ਆਪਾਂ ਨੂੰ ਜਿੱਦਣ ਇਹ ਗੱਲ ਸਮਝ ਆ ਗਈ ਕਿ ਲਿਟਰੇਸੀ ਤੇ ਐਜੂਕੇਸ਼ਨ 2 ਡਿਫਰੈਂਟ ਚੀਜ਼ਾਂ ਨੇ। ਹੁਣ ਜਿੱਦਾਂ ਮੇਰੇ ਦਾਦੀ, ਮੇਰੇ ਮੰਮਾ ਜਿੱਦਾਂ ਨਹੀਂ ਪੜ੍ਹ ਲਿਖ ਪਾਏ ਜਾਂ ਜਿੱਦਾਂ ਵੀ ਜੋ ਵੀ ਸੀਗਾ, ਤੇ ਉਹ ਕੀ ਹੁੰਦਾ ਐਕਚੁਅਲੀ ਹੁਣ ਉਹਨਾਂ ਦੇ ਕੋਲੇ ਕੋਈ ਟੈਲੈਂਟ ਹੈ ਜਿੱਦਾਂ ਸਿਉਣ ਦਾ, ਕੱਪੜੇ ਸਿਉਣ ਦਾ। ਮੈਂ ਇੱਕ ਇੰਪਲੋਇਮੈਂਟ ਜਨਰੇਟ ਕਰਨ ਲਈ ਉਹਨਾਂ ਲਈ ਕੀ ਕੀਤਾ, ਇੱਕ ਉਹਨਾਂ ਨੂੰ ਮਸ਼ੀਨ ਦੇਤੀ, ਉਹਨਾਂ ਨੇ ਆਪਣੇ ਇੱਕ ਸੈਲਫ ਡਿਪੈਂਡੈਂਸ ਦਾ ਕੰਮ ਸਟਾਰਟ ਕਰ ਲਿਆ। ਉਹ ਐਜੂਕੇਸ਼ਨ ਨੂੰ ਮੈਂ ਐਜੂਕੇਸ਼ਨ ਨਹੀਂ ਮੰਨੂਗੀ, ਮੈਂ ਐਜੂਕੇਸ਼ਨ ਨੂੰ ਐਜੂਕੇਸ਼ਨ ਮੰਨੂਗੀ। ਮੈਂ MBBS ਕਰ ਲਈ, ਮੈਂ ਇੰਜੀਨੀਅਰਿੰਗ ਕਰ ਲਈ,
ਜਿੱਦਣ ਉਸ ਐਜੂਕੇਸ਼ਨ ਨੂੰ ਉਸ ਇੱਕ ਪੂਰੇ ਸੈਕਸ਼ਨ ਆਫ ਦ ਸੋਸਾਇਟੀ ਨੂੰ ਇੱਕ ਕਦਰ ਮਿਲੇਗੀ ਕਿ ਰੋਟੀ ਪਕਾਉਣਾ ਵੀ ਕੰਮ ਹੈ ਇੱਕ, ਬਿਲਕੁਲ ਉਸ ਦਿਨ ਸ਼ਾਇਦ ਇਹ ਚੀਜ਼ਾਂ ਮੁੱਕ ਸਕਣ ਕਿ ਹਾਂ ਸ਼ਾਇਦ ਆਪਾਂ ਫੈਮਿਨਿਜ਼ਮ ਦੇ ਬਾਰੇ ਇੱਕ ਜਿਹੜਾ ਸਹੀ ਰੂਟ ਆ ਉਹ ਫੜ ਸਕੀਏ, ਕਿਉਂਕਿ ਹਲੇ ਤੱਕ ਫੈਮਿਨਿਜ਼ਮ ਦਾ ਰੂਟ ਹੀ ਕਿਸੇ ਨੂੰ ਕਲੀਅਰ ਨਹੀਂ ਹੋਇਆ ਕਿ ਰੂਟ ਕੀ ਹੈ। ਵੈਸਟਰਨਾਈਜੇਸ਼ਨ ਨੂੰ ਫੈਮਿਨਿਜ਼ਮ ਮੰਨ ਲੈਣਾ ਜੋ ਕਿ ਆਪਣੀ ਸੋਸਾਇਟੀ ਬਿਲਕੁਲ ਇਹੀ ਮੰਨਿਆ ਜਾਂਦਾ ਹੈ, ਉਹ ਇੱਕ ਫੈਮਿਨਿਜ਼ਮ ਨਹੀਂ ਹੈ। ਹੁਣ ਘਰੇ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਔਰਤਾਂ ਨੇ, ਠੀਕ ਹੈ, ਡੰਗਰਾਂ ਦਾ ਕੰਮ ਕਰਨਗੀਆਂ ਤੇ ਖਾਣੇ ਪੀਣੇ ਦਾ ਔਰ ਫੈਮਿਲੀ ਨੂੰ ਸੰਭਾਲਣ ਦਾ, ਉਸ ਕੰਮ ਨੂੰ ਐਕਚੁਅਲੀ ਕੰਮ ਹੀ ਨਹੀਂ ਦੇਖਿਆ ਜਾਂਦਾ, ਜਦ ਕਿ ਮੇਨ ਕੰਮ ਹੀ ਉਹ ਹੈ। ਇੱਕ ਪੂਰਾ ਇੱਕ ਗੱਲ ਤਾਂ ਮੰਨਣੀ ਪਏਗੀ, ਵੂਮਨ ਇੰਪਾਵਰਮੈਂਟ ਦੇ ਵਿੱਚ ਸਿਰਫ ਵੂਮਨ ਇੰਪਾਵਰਮੈਂਟ ਨਹੀਂ ਹੋ ਰਹੀ, ਵੂਮਨ ਇੰਪਾਵਰਮੈਂਟ ਦੇ ਵਿੱਚ ਮੈਨ ਇੰਪਾਵਰਮੈਂਟ ਵੀ ਹੋ ਰਹੀ ਹੈ, ਕਿਉਂਕਿ ਆਪਣੀ ਸੁਸਾਇਟੀ ਨੇ ਇੱਦਾਂ ਇੱਕ ਸਿਸਟਮ ਬਣਾਤਾ ਹੈ ਕਿ ਜਿਹੜਾ ਮੁੰਡਾ ਹੈ ਉਹਨੇ ਪ੍ਰੋਵਾਈਡ ਕਰਨਾ ਹੈ, ਉਹਦੇ ਤੇ ਇੱਕ ਟਾਈਮ ਤੇ ਇੱਦਾਂ ਦਾ ਸਰਟਨ ਪ੍ਰੈਸ਼ਰ ਪੈ ਜਾਂਦਾ ਹੈ ਕਿ ਮੈਂ ਬਾਹਰ ਜਾ ਕੇ ਕੰਮ ਕਰਨਾ, ਮੈਂ ਪ੍ਰੋਵਾਈਡ ਕਰਨਾ, ਤੇ ਵਿਮਨ ਨੂੰ ਉਹੀ ਵੀ ਮਤਲਬ ਨਕਾਰਿਆ ਜਾਂਦਾ ਕਿ ਇਹਨੇ ਤਾਂ ਰੋਟੀ ਉਹ ਪਕਾਣੀ ਹੈ। ਜਿਸ ਦਿਨ ਇਹ ਚੀਜ਼ ਵੀ ਕੁੜੀ ਵੀ ਬਾਹਰ ਜਾ ਕੇ ਕੰਮ ਕਰ ਰਹੀ ਹੈ ਤਾਂ ਮੁੰਡਾ ਵੀ ਬੈਠ ਕੇ ਘਰੇ ਰੋਟੀ ਪਕਾ ਸਕਦਾ ਹੈ, ਉਦੋਂ ਵਿਮਨ ਇੰਪਾਵਰਮੈਂਟ ਤਾਂ ਹੋਏਗੀ ਪਰ ਮੈਨ ਇੰਪਾਵਰਮੈਂਟ ਵੀ ਉਹਦੇ ਨਾਲ ਹੀ ਹੋਏਗੀ। ਬਿਲਕੁਲ, ਜੇ ਕੁੜੀ ਘਰ ਵਿੱਚ ਕੰਮ ਕਰਦੀ ਹੈ ਤੇ ਉਹ ਬਾਹਰ ਜਾ ਕੇ ਨੌਕਰੀ ਵੀ ਕਰਦੀ ਹੈ, ਪਰ ਅਕਸਰ ਕੀ ਹੁੰਦਾ ਹੈ ਕਿ ਜੇ ਕੁੜੀ ਬਾਹਰ ਜਾ ਕੇ ਨੌਕਰੀ ਕਰਦੀ ਤਾਂ ਉਹਨੂੰ ਘਰ ਵੀ ਕੰਮ ਕਰਨਾ ਪੈਂਦਾ ਆ, ਪਰ ਮੇਲਸ ਵੱਲੋਂ ਜਿਹੜਾ ਇਹ ਚੀਜ਼ ਅਵੋਇਡ ਕੀਤੀ ਜਾਂਦੀ ਹੈ ਕਿ ਨਹੀਂ ਅਸੀਂ ਤਾਂ ਬਾਹਰ ਹੀ ਕੰਮ ਕਰਨਾ ਹੈ। ਹਾਲਾਂਕਿ ਅਸੀਂ ਸਾਰਿਆਂ ਲਈ ਨਹੀਂ ਕਹਿੰਦੇ, ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਜਿਹੜੇ ਬਰਾਬਰ ਦਾ ਹੱਥ ਵਟਾਉਂਦੇ ਨੇ, ਬਾਹਰ ਵੀ ਕੰਮ ਕਰਦੇ ਨੇ ਹੈ ਨਾ, ਤੇ ਘਰੇ ਵੀ ਕੰਮ ਕਰਦੇ ਆ। ਪਰ ਜੇ ਹੁਣ ਅਸੀਂ ਮੈਂ ਫਿਰ ਦੁਬਾਰਾ ਉਸੇ ਤੇ ਆਉਂਦੀ ਹਾਂ ਯੂਪੀ ਵਾਲੀ ਘਟਨਾ ਦੇ ਉੱਤੇ, ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਵੀ ਸਾਡੇ ਦੇਸ਼ ਵਿੱਚ ਜੇ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਤਾਂ ਤੁਸੀਂ ਉਹਦੇ ਲਈ ਕਿਹਨੂੰ ਕਾਰਨ ਮੰਨਦੇ ਹੋ, ਜਾਂ ਕਿਹਨੂੰ ਉਹਦੇ ਲਈ ਤੁਸੀਂ ਕਹਿ ਸਕਦੇ ਹਾਂ ਕਿ ਕਿਹਨੂੰ ਅਸੀਂ ਦੋਸ਼ ਦੇ ਸਕਦੇ ਹਾਂ, ਜਾਂ ਕਿਸ ਨੂੰ ਅਸੀਂ ਰੀਜ਼ਨ ਮੰਨ ਸਕਦੇ ਹਾਂ ਕਿ ਕਿਉਂ ਹੋ ਰਹੀਆਂ ਨੇ ਔਰ ਇਸ ਲੈਵਲ ਤੱਕ ਹੋ ਰਹੀਆਂ ਨੇ? ਮੈਂ ਜਿਹੜਾ ਮਾਹੌਲ ਹੈ ਦੇਸ਼ ਦਾ ਇਹਨੂੰ ਹੀ ਬਲੇਮ ਕਰਨਾ ਚਾਹੂੰਗੀ। ਜਿੱਦਾਂ ਕਿ ਆਪਾਂ ਇੱਕ ਕੁੜੀ ਤੋਂ ਐਕਸਪੈਕਟ ਕਰਦੇ ਹਾਂ ਕਿ ਪਾਇਲਟ ਬਣੇਗੀ, ਪਰ ਆਪਾਂ ਉਹ ਤੋਂ ਹੀ ਨਹੀਂ ਐਕਸਪੈਕਟ ਕਰ ਸਕਦੇ ਕਿ ਉਹ ਟਰੱਕ ਚਲਾ ਸਕਦੀ ਹੈ। ਜੇ ਉਹ ਟਰੱਕ ਚਲਾ ਵੀ ਸਕਦੀ ਹੈ, ਕੀ ਸਾਡਾ ਮਾਹੌਲ ਇੱਦਾਂ ਦਾ ਹੈਗਾ ਜਿੱਦਾਂ ਦੀਆਂ ਥਾਵਾਂ ਤੇ ਟਰੱਕ ਖੜਦੇ ਨੇ ਜਾਂ ਜਿੱਦਾਂ ਦੀਆਂ ਪ੍ਰੋਵੀਜ਼ਨਸ ਦਿੱਤੀਆਂ ਜਾਂਦੀਆਂ ਨੇ? ਮਤਲਬ ਅਸੀਂ ਗੱਲਾਂ ਇੱਥੋਂ ਦੀਆਂ ਕਰਾਂਗੇ ਪਰ ਅਸੀਂ ਨਿੱਕੀਆਂ ਗੱਲਾਂ ਨੂੰ ਨਕਾਰ ਦਿੰਦੇ ਹਾਂ, ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਹਾਂ, ਕਿਉਂਕਿ ਸਾਡੇ ਵਾਸਤੇ ਜਿਹੜੀਆਂ ਛੋਟੀਆਂ ਗੱਲਾਂ ਨੇ ਉਹ ਮੈਟਰ ਹੀ ਨਹੀਂ ਕਰਦੀਆਂ ਹੈਗੀਆਂ ਸਾਡੀ ਸੁਸਾਇਟੀ ਵਾਸਤੇ। ਜੇ ਕਿਸੇ ਨੂੰ ਤੁਸੀਂ ਦੁਆ ਦੇਣੀ ਹੈ ਤਾਂ ਤੁਸੀਂ ਉਹਨੂੰ ਕਹੋਗੇ ਸਦਾ ਸੁਹਾਗਣ ਰਹੋ, ਤੇਰਾ ਮੁੰਡਾ ਹੋਵੇ। ਜੇ ਗਾਲ ਕੱਢਣੀ ਹੈ ਤਾਂ ਮਾਂ ਦੀ, ਧੀ ਦੀ। ਤੁਸੀਂ ਜਿੱਥੇ ਵੀ ਜਾਓਗੇ, ਜੂਸ ਪੀਣ ਚਲੇ ਜਾਓ, ਮਾਰਕੀਟ ਚਲੇ ਜਾਓ, ਕਿਤੇ ਵੀ ਚਲੇ ਜਾਓ, ਤੁਹਾਨੂੰ ਥਾਂ ਥਾਂ ਗਾਲਾਂ ਇੱਦਾਂ ਦੀਆਂ ਸੁਣਨ ਨੂੰ ਮਿਲਣਗੀਆਂ ਕਿ ਤੁਹਾਡਾ ਉੱਥੇ ਖੜਨ ਨੂੰ ਦਿਲ ਨਹੀਂ ਕਰਦਾ। ਤਾਂ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਮਾਹੌਲ 'ਚ, ਆਪਾਂ ਇੱਕ ਮਾਹੌਲ ਦੇ ਵਿੱਚ ਇੱਦਾਂ ਜਿਹਨੂੰ ਅਸੀਂ ਆਪ ਪ੍ਰਮੋਟ ਕਰਦੇ ਹਾਂ, ਕੁੜੀਆਂ ਵੀ ਆਪ ਪ੍ਰਮੋਟ, ਦਾਦੀਆਂ ਨੇ ਪੋਤੇ ਵਾਸਤੇ ਦੁੱਧ ਦਾ ਗਲਾਸ ਸਾਈਡ 'ਤੇ ਰੱਖ ਲੈਣਗੀਆਂ ਪਰ ਪੋਤੀ ਵਾਸਤੇ ਨਹੀਂ ਰੱਖਣਗੀਆਂ। ਇਹਦੇ ਵਿੱਚ ਐਕਚੁਅਲੀ ਸਭ ਦਾ ਹੀ ਹੱਥ ਹੈ। ਇੱਕ ਮਾਹੌਲ ਹੈ ਜਿਹੜਾ ਜੇ ਅਸੀਂ ਉਹਨੂੰ ਚੇਂਜ ਕਰਾਂਗੇ, ਅਸੀਂ ਫਿਰ ਕੁੜੀ ਦੀ ਸਿਕਿਉਰਿਟੀ, ਸੋਸ਼ਲ ਸਿਕਿਉਰਿਟੀ, ਕੁੜੀਆਂ ਇੱਥੇ ਨਹੀਂ ਟਰੱਕ ਚਲਾ ਸਕਦੀਆਂ, ਕੁੜੀਆਂ ਇੱਥੇ ਨਹੀਂ ਖੇਤਾਂ 'ਚ ਕੰਮ ਕਰ ਸਕਦੀਆਂ, ਪਰ ਕੁੜੀਆਂ ਇੱਥੋਂ ਦੀਆਂ ਹੀ ਕੁੜੀਆਂ ਬਾਹਰ ਜਾ ਕੇ ਕਿਉਂ ਕਰ ਸਕਦੀਆਂ? ਜੇ ਅਸੀਂ ਬਾਹਰ ਦੇ ਦੇਸ਼ਾਂ ਦੀ ਗੱਲ ਕਰ ਲਈਏ, ਜੇ ਅਸੀਂ ਕੈਨੇਡਾ ਦੀ ਹੀ ਗੱਲ ਕਰ ਲਈ ਤਾਂ ਬਹੁਤ ਸਾਰੀਆਂ ਕੁੜੀਆਂ ਹੈਗੀਆਂ ਨੇ ਜਿਹੜੀਆਂ ਟਰੱਕ ਚਲਾਉਂਦੀਆਂ ਨੇ। ਹਾਲਾਂਕਿ ਜਿੰਨਾ ਕੁ ਮੈਂ ਦੇਖਿਆ ਸਮਝਿਆ ਹੈਗਾ ਆ, ਤੇ ਉੱਥੇ ਜਦੋਂ ਟਰੱਕਿੰਗ ਕਰਦੀਆਂ ਨੇ ਕੁੜੀਆਂ ਤੇ ਉਹ ਵੀ ਉਸੇ ਥਾਂ ਤੇ ਰੁਕਦੀਆਂ ਨੇ ਜਿੱਥੇ ਉਹਨਾਂ ਦੇ ਬਾਕੀ ਹੋਰ ਜਿਹੜੇ ਮੇਲ ਟਰੱਕ ਡਰਾਈਵਰ ਹੈਗੇ ਆ ਉੱਥੇ ਰੁਕਦੇ ਨੇ, ਔਰ ਸੇਫਟੀ ਵਾਈਜ਼ ਕੋਈ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਸੋ ਬਹੁਤ ਸਾਰੀਆਂ ਕੁੜੀਆਂ ਨੂੰ ਮੈਂ ਸੁਣਿਆ ਵੀ ਹੈਗਾ ਆ ਕਿ ਉਹਨਾਂ ਨੂੰ ਵੱਲੋਂ ਕੋਈ ਇਹੋ ਜਿਹਾ ਇਸ਼ੂ ਆਉਂਦਾ ਨਹੀਂ ਹੈਗਾ। ਜਿਹੜੇ ਕੰਮ ਇੱਥੇ ਦੀਆਂ ਕੁੜੀਆਂ ਇੱਥੇ ਨਹੀਂ ਕਰ ਪਾਉਂਦੀਆਂ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕਰਦੀਆਂ ਦਿਖਾਈ ਦਿੰਦੀਆਂ ਨੇ। ਤੇ ਇਹਦੇ ਵਿੱਚ ਇਹੀ ਹੈ ਕਿ ਜਿਹੜਾ ਸਾਡਾ ਇੱਕ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਜਿਹਦੇ ਵਿੱਚ ਮੈਂ ਕਰਨਾ ਵੀ ਚਾਹਾਂ ਫਿਰ ਵੀ ਮੇਰੇ ਵਿੱਚ ਕਿਤੇ ਨਾ ਕਿਤੇ ਇੱਕ ਸਪਰੈਸਿੰਗ ਡਰ ਜਿਹਾ ਰਹੇਗਾ ਕਿ ਜੇ ਮੈਂ ਬਾਹਰ ਨਿਕਲੀ ਮੇਰੀ ਸੋਸ਼ਲ ਸਿਕਿਉਰਿਟੀ ਕਿੱਥੇ ਹੈ। ਈਵ ਟੀਜ਼ਿੰਗ, ਚਲੋ ਰੇਪਸ ਐਂਡ ਉਹ ਤਾਂ ਆਪਾਂ ਨੂੰ ਪਤਾ ਹੀ ਹੈ, ਉਹ ਤਾਂ ਬਹੁਤ ਹੀ ਜ਼ਿਆਦਾ, ਪਰ ਇੱਕ ਛੋਟੇ ਲੈਵਲ ਤੋਂ ਵੀ ਤੁਹਾਨੂੰ ਕਿਤੇ ਨਾ ਕਿਤੇ ਤਾਂ ਡਰ ਲੱਗਦਾ ਹੈ। ਅੱਜ ਇੱਦਾਂ ਕਿਸੇ ਕੁੜੀ ਨਾਲ ਹੋਇਆ, ਠੀਕ ਹੈ, ਪਰ ਜਿਹੜਾ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਇਹਦੇ ਨਾਲ ਕੁੜੀਆਂ ਨੂੰ ਪਰਸਨਲ ਅਟੈਕ ਫੀਲ ਹੁੰਦਾ ਕਿਸੇ ਹੋਰ ਨਾਲ ਹੈ, ਪਰ ਤੁਹਾਨੂੰ ਪਰਸਨਲੀ ਅਟੈਕ ਜ਼ਿਆਦਾ ਹੁੰਦਾ ਹੈ ਕਿ ਕੱਲ ਨੂੰ ਮੇਰੀ ਫੋਟੋ ਵੀ ਉੱਥੇ ਹੋ ਸਕਦੀ ਹੈ ਅਖਬਾਰ ਦੇ ਵਿੱਚ, ਕੱਲ ਨੂੰ ਮੇਰੇ ਨਾਲ ਵੀ ਹੋ ਸਕਦੀਆਂ, ਮੇਰੇ ਨਾਲ ਵੀ ਹੋ ਸਕਦੀਆਂ ਨੇ। ਔਰ ਕਿਤੇ ਨਾ ਕਿਤੇ ਪਰਿਵਾਰ ਵਿੱਚ ਵੀ ਇਹ ਡਰ ਰਹਿੰਦਾ ਆ। ਹਾਲਾਂਕਿ ਅਸੀਂ ਗੱਲਾਂ ਕਰਦੇ ਹਾਂ ਕਿ ਇੱਕੋ ਜਿਹੀਆਂ ਨੇ, ਭਾਵੇਂ ਪਰਿਵਾਰ ਆਪਣੀ ਧੀ ਨੂੰ ਮੁੰਡੇ ਦੇ ਬਰਾਬਰ ਪਾਲੇ, ਪਰ ਉਹ ਮੁੰਡੇ ਦੇ ਬਰਾਬਰ ਬਾਹਰ ਜਿਹੜਾ ਘੁੰਮਣ ਲਈ ਜਾਂ ਬਾਹਰ ਨਿਕਲਣ ਲਈ ਅਲਾਉ ਨਹੀਂ ਕਰਦਾ ਕਿਤੇ ਨਾ ਕਿਤੇ। ਉਹਦੇ ਲਈ ਸਾਡੀ ਸੁਸਾਇਟੀ ਵੀ ਜ਼ਿੰਮੇਵਾਰ ਹੈਗੀ ਆ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਆ। ਹੁਣ ਜਿਵੇਂ ਤੁਸੀਂ ਕਹਿੰਦੇ ਹੋ ਕਿ ਹਾਂ ਮੇਰੇ ਪੇਰੈਂਟਸ ਵੱਲੋਂ ਪੂਰੀ ਸਪੋਰਟ ਰਹੀ, ਉਹਨਾਂ ਨੇ ਪਾਲਣ ਪੋਸ਼ਣ ਵਿੱਚ ਹੀ ਉਹਨਾਂ ਨੇ ਅਜਿਹਾ ਜਿਹੜੀ ਆ ਉਹਨਾਂ ਨੇ ਸਿਖਾਇਆ, ਇਕੁਅਲੀ ਰੱਖਿਆ, ਹਰ ਚੀਜ਼ ਸਿਖਾਈ ਦੱਸੀ ਹੈ ਨਾ। ਪਰ ਕੀ ਉਹ ਅਜੇ ਵੀ ਸੋਚ ਸਕਦੇ ਆ ਕਿ ਜੇ ਮੇਰੀ ਧੀ ਬਾਹਰ ਨਿਕਲੇਗੀ
ਤਾਂ ਉਹਨਾਂ ਨੂੰ ਕੋਈ ਡਰ ਨਹੀਂ ਹੈ ਮੁੰਡੇ ਦੇ ਬਰਾਬਰ? ਨਹੀਂ, ਇੱਦਾਂ ਦਾ ਮੈਂ ਆਪਣੀ ਫੈਮਿਲੀ ਦੇ ਐਗਜ਼ਾਮਪਲ ਦਿੰਦੀ ਹਾਂ। ਚਲੋ ਹੁਣ ਤੁਸੀਂ ਸ਼ੁਰੂ ਕੀਤਾ ਹੈ, ਮੈਂ ਇੱਕ ਪ੍ਰੋਫੈਸ਼ਨਲ ਬਾਸਕਟਬਾਲ ਪਲੇਅਰ ਹਾਂ, ਤਾਂ ਮੇਰੀਆਂ ਪ੍ਰੈਕਟਿਸਿਸ ਕਈ ਵਾਰ ਲੇਟ ਵੀ ਹੁੰਦੀਆਂ ਨੇ, ਲੇਟ ਨਾਈਟ ਤੱਕ। ਜੇ ਮੈਂ ਕਹੂੰਗੀ ਮੈਂ ਪ੍ਰੈਕਟਿਸਿਸ ਵਾਸਤੇ ਮਤਲਬ ਮੈਂ ਆਪਣੀ ਓਪਰਚੁਨਿਟੀ ਗ੍ਰੈਬ ਕਰਨ ਵਾਸਤੇ, ਤਾਂ ਉਹ ਕਦੇ ਵੀ ਮੈਨੂੰ ਮਨਾ ਨਹੀਂ ਕਰਨਗੇ, ਉਹ ਪੁੱਛਣਗੇ ਵੀ ਨਹੀਂ ਵੀ ਕਿਵੇਂ ਹੈ, ਕਿੱਥੇ ਹੈ, ਕੀ ਹੈ। ਪਰ ਜੇ ਕਿਤੇ ਨਾ ਕਿਤੇ ਮੈਂ ਕਹੂੰ ਮੈਂ ਘੁੰਮਣ ਜਾਣਾ ਹੈ, ਉਹ ਸੋਚਣਗੇ ਤਾਂ ਸਹੀ, ਕਿਉਂਕਿ ਉਹਨਾਂ ਨੂੰ ਇੱਕ ਡਰ, ਕੁੜੀ ਦਾ ਟਰਸਟ ਜਾਂ ਨਾ ਟਰਸਟ ਉਹ ਬਹੁਤ ਬਾਅਦ ਦੀਆਂ ਗੱਲਾਂ ਨੇ। ਸੋਸਾਇਟੀ ਤੇ ਤੁਸੀਂ ਟਰਸਟ ਕਰ ਸਕਦੇ ਹੋ ਕਿ ਨਹੀਂ? ਮੇਰੇ ਪੇਰੈਂਟਸ ਮੇਰੀ ਓਪਰਚੁਨਿਟੀ ਨੂੰ ਜਿੱਦਣ ਰੋਕਣ ਉਦਣ ਮੈਂ ਬੋਲਾਂ ਕਿ ਇਹ ਮੇਰੇ ਐਂਟੀ ਫੈਮਿਨਿਸਟ ਹੋ ਰਿਹਾ ਜਾਂ ਇੰਪਾਵਰਮੈਂਟ ਨਹੀਂ ਹੋਣ ਦੇ ਰਹੇ। ਜੇ ਮੈਨੂੰ ਇੱਦਾਂ ਘੁੰਮਣ ਤੋਂ ਮਨਾ ਕਰੇ ਮੈਂ ਉਹਨਾਂ ਨੂੰ ਬਲੇਮ ਨਹੀਂ ਕਰੂੰਗੀ, ਕਿਉਂਕਿ ਉਹਦੇ ਵਿੱਚ ਉਹਨਾਂ ਦੀ ਗਲਤੀ ਨਹੀਂ ਹੈ। ਇੱਕ ਸੋਸਾਇਟੀ ਦਾ ਮਾਹੌਲ ਇੱਦਾਂ ਦਾ ਬਣ ਚੁੱਕਿਆ। ਜੇ ਉਹ ਮੈਨੂੰ ਕਹਿਣਗੇ ਪ੍ਰੈਕਟਿਸ ਕਰਨ ਨਹੀਂ ਜਾਣਾ ਜਾਂ ਤੂੰ ਇੱਥੇ ਨਹੀਂ ਜਾਣਾ, ਫਿਰ ਆਪਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਹਾਂ ਪਰਸਨਲੀ ਲੈਵਲ 'ਤੇ ਮੇਰੇ 'ਤੇ ਐਂਟੀ ਫੈਮਿਨਿਸਟ ਅਟੈਕ ਹੋਇਆ ਮੇਰੀ ਪੇਰੈਂਟਸ ਵੱਲੋਂ ਹੀ। ਪਰ ਜੇ ਹੁਣ ਉਹ ਮੈਨੂੰ ਕਹਿਣਗੇ ਵੀ ਬੇਟਾ ਬਾਹਰ ਨਹੀਂ ਜਾਣਾ ਹੈਗਾ ਇਸ ਟਾਈਮ 'ਤੇ, ਕਰਫਿਊ ਲੱਗ ਗਿਆ ਹੁਣ 8 ਵਜੇ ਤੋਂ ਬਾਅਦ, ਜਾਂ ਤੇ ਇਸ ਦੇ ਪਿੱਛੇ ਕਿਤੇ ਨਾ ਕਿਤੇ ਉਹਨਾਂ ਦੀ ਸੋਚ ਵੀ ਸਮਝ ਆਉਂਦੀ ਹੈ ਕਿ ਇੱਕ ਡਰ ਹੈਗਾ ਆ ਕਿ ਤੇ ਉਹ ਨੈਚੁਰਲੀ ਹੈ ਡਰ ਹੈਗਾ ਆ, ਕਿਉਂਕਿ ਜਦੋਂ ਤੁਸੀਂ ਕੁਝ ਅਚੀਵ ਕਰਨਾ ਆ ਤੇ ਉਹ ਸੋਚਦੇ ਨੇ ਕਿ ਹਾਂ ਸਾਨੂੰ ਇਹ ਚੀਜ਼ ਕਰਨੀ ਜ਼ਰੂਰੀ ਆ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਅੱਗੇ ਵਧੇ ਤਾਂ ਸਾਨੂੰ ਸਪੋਰਟ ਕਰਨਾ ਪਏਗਾ, ਤੇ ਉਹਨਾਂ ਨੂੰ ਜ਼ਰੂਰੀ ਵੀ ਲੱਗਦਾ ਆ। ਹਾਂ ਓਬਵੀਅਸਲੀ ਜਦੋਂ ਤੁਸੀਂ ਕਿਤੇ ਕਹਿੰਦੇ ਹੋ ਕਿ ਅਸੀਂ ਘੁੰਮਣ ਫਿਰਨ ਜਾਣਾ ਹੈਗਾ ਤੇ ਉਹ ਸੋਚਣਗੇ ਜ਼ਰੂਰ ਕਿ ਅਸੀਂ ਇਸ ਚੀਜ਼ ਲਈ ਰਿਸਕ ਨਹੀਂ ਲੈ ਸਕਦੇ, ਕਿਉਂਕਿ ਸੋਸਾਇਟੀ ਦਾ ਮਾਹੌਲ ਇਹੋ ਜਿਹਾ ਹੈਗਾ ਔਰ ਸਭ ਨੂੰ ਪਤਾ ਹੈਗਾ। ਬਹੁਤ ਘੱਟ ਜਿਹੜਾ ਹੈਗਾ ਆ ਇਹ ਚੀਜ਼ਾਂ ਸਟੇਜਾਂ ਤੋਂ ਕਹੀਆਂ ਜਾਂਦੀਆਂ ਨੇ। ਇਹ ਚੀਜ਼ਾਂ ਜਦੋਂ ਲੀਡਰ ਬੋਲਦੇ ਨੇ ਤਾਂ ਕਹੀਆਂ ਜਾਂਦੀਆਂ ਨੇ ਕਿ ਅੱਜ ਜਿਹੜੀ ਔਰਤ ਜਾਂ ਅੱਜ ਜਿਹੜੀ ਕੁੜੀ ਆ ਉਹ ਮੁੰਡੇ ਦੇ ਬਰਾਬਰ ਆ, ਜਾਂ ਸੋਸਾਇਟੀ ਵਿੱਚ ਉਹਨੂੰ ਬਰਾਬਰ ਦਾ ਜਿਹੜਾ ਹੱਕ ਮਿਲਿਆ ਹੋਇਆ। ਗੱਲ ਹੱਕ ਦੀ ਨਹੀਂ ਆ, ਗੱਲ ਸਟੇਜਾਂ ਤੋਂ ਬੋਲਣ ਦੀ ਨਹੀਂ ਆ। ਜੇ ਅਸੀਂ ਆਪਣੀ ਸੋਸਾਇਟੀ ਦੀ ਅਸਲੀਅਤ ਦੇਖੀਏ ਤਾਂ ਉਹ ਸਾਡੀਆਂ ਰੋਜ਼ ਸਵੇਰੇ ਆਉਂਦੀਆਂ ਅਖਬਾਰਾਂ, ਸਾਡੇ ਟੀਵੀ ਚੈਨਲ ਜਿਹੜੇ ਨੇ ਉਹ ਵੀ ਦਿਖਾਉਂਦੇ ਹੈਗੇ ਆ ਕਿ ਕਿੰਨੀ ਕੁ ਸੱਚਾਈ ਹੈਗੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਸੋ ਅੰਮ੍ਰਿਤ ਨਾਲ ਅਸੀਂ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਥੇ ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਸਾਡੇ ਨਾਲ ਸ਼ੇਡਸ ਆਫ ਵਿਮਨ ਦੇ ਵਿੱਚ ਅੱਜ ਹੈ ਅੰਮ੍ਰਿਤ ਕੌਰ। ਤੇ ਅੰਮ੍ਰਿਤ ਕੌਰ ਨੇ ਜਿਵੇਂ ਦੱਸਿਆ ਕਿ ਬਾਸਕਟਬਾਲ ਪਲੇਅਰ ਵੀ ਹੈਗੇ ਨੇ ਪ੍ਰੋਫੈਸ਼ਨਲ, ਤੇ ਅੰਮ੍ਰਿਤ ਨੇ ਜਿਹੜੀ ਇੰਡੀਆ ਦੀ ਫਸਟ ਬਾਸਕਟਬਾਲ ਜਿਹੜੀ ਪ੍ਰੋਫੈਸ਼ਨਲ ਲੀਗ ਆ ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਹੈ। ਸੋ ਅੰਮ੍ਰਿਤ ਤੁਸੀਂ ਖੁਦ ਹੀ ਦੱਸੋ ਕਿ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਔਰ ਕਿੰਨਾ ਕੁ ਤੁਸੀਂ ਹੁਣ ਅੱਗੇ ਉਸ ਨੂੰ ਫਿਊਚਰ ਬਾਰੇ ਸੋਚਦੇ ਹੋ? ਫॉर ਫਿਊਚਰ ਤਾਂ ਮੈਂ ਹਰ ਇੱਕ ਗੱਲ ਰੀਕ੍ਰੀਏਸ਼ਨ ਲਈ ਕੀਤੀ ਹੈ, ਉਹਦੇ ਵਿੱਚੋਂ ਅੱਗੇ ਕੀ ਸਿੱਟਾ ਨਿਕਲਣਾ ਉਹਦਾ ਨਹੀਂ ਦੇਖਿਆ ਕਦੇ ਫਾਇਦਾ। ਤਾਂ ਬਾਸਕਟਬਾਲ ਨੂੰ ਮੈਂ ਇੱਕ ਸ਼ੌਂਕ ਵਜੋਂ ਸ਼ੁਰੂ ਕੀਤਾ ਸੀਗਾ। ਹੁਣ ਮਿਲਦਾ ਜਿੱਦਾਂ ਹੁਣ ਜੋ ਰੱਬ ਨੇ ਜਿੱਥੇ ਲਿਖਿਆ ਉਹ ਤਾਂ ਲਿਖਿਆ ਹੀ ਹੈ, ਤਾਂ ਮੈਂ ਕੁਛ ਇੱਦਾਂ ਸੋਚਿਆ ਨਹੀਂ ਹੈ ਇਹਦੇ ਬਾਰੇ। ਪਰ ਜਿੱਦਾਂ ਤੁਸੀਂ ਹੁਣ ਮਾਹੌਲ ਦੀ ਗੱਲ ਕਰ ਰਹੇ ਹੋ ਕਿ ਕਿੱਦਾਂ ਦਾ ਮਾਹੌਲ ਤੁਹਾਨੂੰ ਸਪੋਰਟਸ ਉਹਦੇ ਵਿੱਚ, ਹੁਣ ਮੈਂ ਨੈਸ਼ਨਲਸ ਵੀ ਖੇਡਦੀ ਹਾਂ, ਤਾਂ ਮਤਲਬ ਮੈਂ ਬਹੁਤ ਛੋਟੀ ਉਮਰ ਤੋਂ ਹੀ ਬਾਹਰ ਜਾਂਦੀ ਰਹੀ ਹਾਂ ਕਿ ਕਦੇ ਕਿਤੇ। ਤਾਂ ਜਿੱਦਾਂ ਤੁਸੀਂ ਟਰੈਵਲ ਵੀ ਕਰਦੇ ਹੋ ਨਾ, ਉਸ ਟਾਈਮ 'ਤੇ ਵੀ ਜਿਹੜੇ ਤੁਹਾਡੇ ਕੋਚਿਸ ਹੁੰਦੇ ਆ ਉਹਨਾਂ ਨੂੰ ਇੱਕ ਇੱਦਾਂ ਦੀ ਮਤਲਬ ਰਿਸਪੌਂਸਿਬਿਲਿਟੀ ਫੀਲ ਹੁੰਦੀ ਆ। ਮੁੰਡੇ ਘੁੰਮਦੇ ਰਹਿੰਦੇ ਆ, ਠੀਕ ਹੈ, ਕੋਈ ਕਿਸੇ ਉਹਨਾਂ ਨੂੰ ਕੁਛ ਇੱਦਾਂ ਦੀ ਰਿਸਪੌਂਸਿਬਿਲਿਟੀ ਫੀਲ ਹੁੰਦੀ ਹੈ। ਮਤਲਬ ਘਰ ਜਦ ਤੱਕ ਨਹੀਂ ਪਹੁੰਚਦੇ ਤੁਸੀਂ ਵਾਪਸ ਆਪਣੇ, ਉਦੋਂ ਤੱਕ ਤੁਹਾਨੂੰ ਉਹਨਾਂ ਦੇ ਨਾਲ ਟੱਚ ਵਿੱਚ ਰਹਿਣਾ ਪੈਂਦਾ ਕਿ ਤੁਸੀਂ ਪਹੁੰਚ ਗਏ ਹੋ ਕਿ ਨਹੀਂ ਪਹੁੰਚ ਗਏ। ਪਰ ਇਨ ਗਰਾਊਂਡ ਫੀਮੇਲ ਦੀ ਜਿਹੜੀ ਉਹ ਹੈ ਉਹ ਸੁਧਰ ਤਾਂ ਹੋ ਰਹੀ ਹੈ ਕਿਉਂਕਿ ਪਹਿਲਾਂ ਜਿਹੜੀਆਂ ਆਪਾਂ ਦੇਖ ਰਹੇ ਸੀਗੇ, ਹੁਣ ਜਿੱਦਾਂ ਬਾਸਕਟਬਾਲ ਜ਼ਿਆਦਾ ਰਿਨਾਊਂਡ ਗੇਮ ਨਹੀਂ ਹੈ ਇੰਡੀਆ ਦੇ ਵਿੱਚ, ਆਪਾਂ ਸਭ ਨੂੰ ਪਤਾ ਇਹ। ਹੁਣ ਇੱਥੇ ਵੀ ਲੀਗ ਸਟਾਰਟ ਹੋ ਗਈਆਂ ਨੇ ਵਿਮਨ ਵਾਸਤੇ, ਪਹਿਲਾਂ ਸਿਰਫ ਮੇਲਸ ਵਾਸਤੇ ਹੁੰਦੀਆਂ ਸੀਗੀਆਂ। ਪਰ ਇੱਕ ਕਿਤੇ ਨਾ ਕਿਤੇ ਤੁਹਾਨੂੰ ਫਰਕ ਫਿਰ ਵੀ ਦਿਖੇਗਾ। ਜਿੱਦਾਂ ਕੁੜੀਆਂ ਦੀਆਂ ਟੀਮਸ ਬਹੁਤ ਘੱਟ ਹੁੰਦੀਆਂ ਨੇ ਤੇ ਮੁੰਡਿਆਂ ਦੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ, ਤੇ ਕਈ ਸਟੇਟਸ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ ਦੀਆਂ ਟੀਮਸ ਆਈ ਨਹੀਂ ਪਾਉਂਦੀਆਂ। ਜੰਮੂ ਐਂਡ ਕਸ਼ਮੀਰ ਦੇ ਵਿੱਚ ਜਦੋਂ ਕੁਛ ਹੋ ਜਾਵੇ ਨਾਲ ਦੀ ਨਾਲ ਹੀ ਉਹਨਾਂ ਦੀ ਮੇਲ ਟੀਮਸ ਪਹੁੰਚਣਗੀਆਂ ਪਰ ਉਹਨਾਂ ਦੀ ਫੀਮੇਲ ਟੀਮ ਨਹੀਂ ਪਹੁੰਚ ਪਾਏਗੀ। ਇਸੇ ਤਰ੍ਹਾਂ ਨਾਲ ਹੋਰ ਬਹੁਤ ਸਾਰੀਆਂ ਟੀਮਸ ਨੇ। ਹੁਣ ਜਿੱਦਾਂ ਸਾਡੀਆਂ ਪ੍ਰਾਈਵੇਟ ਕੰਪਨੀਜ਼ ਜਿੱਦਾਂ ਟੀਮਸ ਨੂੰ ਹਾਇਰ ਕਰਦੀਆਂ, ਉਹਨਾਂ ਦੇ ਵਿੱਚੋਂ ਤੁਹਾਨੂੰ ਕੁੜੀਆਂ ਦੀ ਸਿਰਫ 1 ਜਾਂ 2 ਮਿਲਣਗੀਆਂ, ਪਰ ਤੁਹਾਨੂੰ ਮੁੰਡਿਆਂ ਦੀਆਂ 8 ਜਾਂ 9 ਆਰਾਮ ਨਾਲ ਮਿਲ ਜਾਣਗੀਆਂ। ਤਾਂ ਇੱਕ ਜਿਹੜਾ ਰੇਸ਼ੋ ਹੈ ਉਹ ਹਲੇ ਵੀ ਖਰਾਬ ਤਾਂ ਹੈਗਾ ਹੀ ਹੈ, ਕਿਉਂਕਿ ਇਹਦੇ ਵਿੱਚ ਵੀ ਆਪਣੇ ਪੇਰੈਂਟਸ ਦਾ ਕਸੂਰ ਹੈਗਾ ਕਿਤੇ ਨਾ ਕਿਤੇ, ਕਿਉਂਕਿ ਉਹ ਵੇਖਣਗੇ ਕਿ ਮੈਂ ਅੱਜ ਆਪਣੀ ਕੁੜੀ ਨੂੰ ਇੱਥੇ ਭੇਜ ਰਿਹਾ, ਇਹ ਕੱਲ ਨੂੰ ਇਹ ਬਣ ਕੇ ਦਿਖਾਏਗੀ। ਜਿੱਦਣ ਆਪਾਂ ਉਹ ਐਕਸਪੈਕਟੇਸ਼ਨ ਛੱਡ ਦਾਂਗੇ, ਜਿੱਦਣ ਆਪਾਂ ਸੋਚਾਂਗੇ ਕਿ ਆਪਣੇ ਵਾਸਤੇ ਹੀ ਕੁਝ ਕਰ ਰਹੀ ਹੈ, ਚਾਹੇ ਸ਼ੌਂਕ ਵਾਸਤੇ ਹੀ ਕੁਝ ਕਰ ਰਹੀ ਹੈ, ਉਸੇ ਦਿਨ ਕੁੜੀਆਂ ਸਿਰਫ ਪੜ੍ਹਾਈ ਜਾਂ ਖਿਡਾਈ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ, ਜਿਨ੍ਹਾਂ ਚੀਜ਼ਾਂ ਦੇ ਵਿੱਚੋਂ ਚੰਗੀਆਂ ਵੀ ਨੇ ਉਹਨਾਂ ਦੇ ਵਿੱਚ ਵੀ ਉਹ ਐਮਪਾਵਰਮੈਂਟ ਫੀਲ ਹੋਏਗੀ ਉਹਨਾਂ ਨੂੰ।
ਅੰਮ੍ਰਿਤ, ਤੁਸੀਂ ਪ੍ਰੈਕਟਿਸ ਲਈ ਵੀ ਜਾਂਦੇ ਹੋ ਹੈ ਨਾ, ਤੇ ਤੁਸੀਂ ਖੇਡੇ ਵੀ ਹੋ ਇਹਦੇ ਵਿੱਚ, ਕਿੱਦਾਂ ਦਾ ਮਾਹੌਲ ਤੁਹਾਨੂੰ ਉੱਥੇ ਮਿਲਦਾ ਰਿਹਾ? ਕਦੇ ਉੱਥੇ ਵੀ ਪ੍ਰੋਬਲਮਸ ਹੋਈ ਹੈ, ਮਤਲਬ ਕਿ ਬੀਇੰਗ ਅ ਗਰਲ ਕੁਝ ਚੀਜ਼ਾਂ ਫੇਸ ਕਰਨੀਆਂ ਪਈਆਂ ਹੋਣ? ਜਿੱਦਾਂ ਆਪਾਂ ਸਭ ਨੂੰ ਪਤਾ ਹੈ ਬਾਇਓਲੋਜੀਕਲੀ ਕੁੜੀਆਂ ਦੀ ਬਣਤਰ ਇੱਦਾਂ ਦੀ ਹੈ ਕਿ ਤੁਸੀਂ ਬਹੁਤ ਕੰਫਰਟੇਬਲ ਨਹੀਂ ਹੋ ਸਕਦੇ ਆਪਣੀਆਂ ਪ੍ਰੋਬਲਮਸ ਦੇ ਨਾਲ, ਤੇ ਇੱਕ ਫਿਜ਼ੀਕਲ ਫੀਲਡ ਇੱਦਾਂ ਦੀ ਲਾਈਨ ਹੈ ਜਿੱਥੇ ਤੁਹਾਨੂੰ ਇਹ ਫੇਸ ਕਰਨੀਆਂ ਹੀ ਪੈਣਗੀਆਂ ਬਹੁਤ ਜ਼ਿਆਦਾ। ਵਰਸਟ ਪਾਰਟ ਉੱਤੇ ਹੁੰਦਾ ਜਦੋਂ ਤੁਹਾਨੂੰ ਕੁਛ ਇੱਦਾਂ ਦੀ ਪ੍ਰੋਬਲਮ ਹੋਵੇ ਤੇ ਤੁਸੀਂ ਅੱਗੇ ਜਾ ਕੇ ਆਪਣੇ ਕੋਚ ਨੂੰ ਨਹੀਂ ਦੱਸ ਪਾ ਰਹੇ, ਕਿਉਂਕਿ ਤੁਹਾਨੂੰ ਕਿਤੇ ਨਾ ਕਿਤੇ ਇੱਦਾਂ ਲੱਗਦਾ ਹੈ ਪਤਾ ਨਹੀਂ ਇਹਨਾਂ ਨੂੰ ਪਤਾ ਹੋਏਗਾ ਕਿ ਨਹੀਂ। ਔਰ ਉਹਦੇ ਵਿੱਚ ਕੋਚਿਸ ਦੀ ਗਲਤੀ ਬਿਲਕੁਲ ਨਹੀਂ ਹੈ, ਉਹਦੇ ਵਿੱਚ ਸਾਨੂੰ ਐਜੂਕੇਸ਼ਨ ਉਸ ਤਰ੍ਹਾਂ ਦੀ ਪ੍ਰੋਵਾਈਡਡ ਹੈ, ਸਾਨੂੰ ਬਸ ਜਿਹੜੀ ਬੁੱਕਿਸ਼ ਸ਼ੋ ਹੈ ਸਾਨੂੰ ਉਹ ਦਿੱਤੀ ਜਾਂਦੀ ਹੈ, ਜੋ ਸੁਸਾਇਟੀ ਦੇ ਵਿੱਚ ਕਿਸੇ ਨੂੰ ਨਾਲ ਲੈ ਕੇ ਚੱਲਣ ਵਾਲੀ ਐਜੂਕੇਸ਼ਨ ਉਹ ਸਾਨੂੰ ਨਹੀਂ ਦਿੱਤੀ ਗਈ। ਤਾਂ ਕਿਤੇ ਨਾ ਕਿਤੇ ਜਾ ਕੇ ਅਨਕੰਫਰਟੇਬਲਨੈਸ ਵੱਧਦੀ ਹੈ ਕਿ ਹੁਣ ਮੈਂ ਸਰ ਨੂੰ ਜਾ ਕੇ ਦੱਸਾਂ ਜਾਂ ਨਾ ਦੱਸਾਂ। ਲਾਈਕ ਜਿੱਦਣ ਕੁੜੀਆਂ ਦੀ ਇੱਕ ਸੋਸ਼ਲ ਸਿਚੁਏਸ਼ਨ ਇੱਦਾਂ ਦੀ ਆ ਗਈ ਕਿ ਉਹ ਕੰਫਰਟੇਬਲੀ ਆਪਣੀਆਂ ਪ੍ਰੋਬਲਮਸ ਅੱਗੇ ਰੱਖ ਪਾਉਣ, ਸਪੋਰਟਸ ਨਹੀਂ ਹਰ ਇੱਕ ਫੀਲਡ ਦੇ ਵਿੱਚ ਉਹ ਐਕਸੈਲ ਕਰਨ ਦੇ ਵਿੱਚ, ਤੇ ਅੱਗਿਓਂ ਵੀ ਪੋਜ਼ਿਟਿਵਲੀ ਉਹਨਾਂ ਨੂੰ ਰਿਪਲਾਈ ਕੀਤਾ ਜਾਵੇ, ਸੁਣਿਆ ਜਾਵੇ, ਸੋਚਿਆ ਜਾਵੇ, ਦਿਮਾਗ ਵਿੱਚ ਪੋਜ਼ਿਟਿਵ ਥਿੰਕਿੰਗ ਰੱਖੀ ਜਾਵੇ, ਤਾਂ ਉਦੋਂ ਅਸੀਂ ਸੋਚ ਸਕਦੇ ਹਾਂ ਕਿ ਕੁਝ ਸੁਧਾਰ ਜਿਹੜਾ ਉਹ ਜ਼ਰੂਰ ਹੋਊਗਾ। ਸੋ ਅੰਮ੍ਰਿਤ ਜੀ, ਅਸੀਂ ਦੇਖੀਏ ਕਿ ਅੱਜ ਸੁਸਾਇਟੀ ਦੇ ਵਿੱਚ ਤੁਸੀਂ ਕੀ ਬਦਲਾਵ ਚਾਹੁੰਦੇ ਆ ਕੁੜੀਆਂ ਦੇ ਲਈ? ਤੁਹਾਨੂੰ ਕੀ ਲੱਗਦਾ ਹੈ ਕਿ ਕੀ ਬਦਲਾਵ ਹੋਣੇ ਚਾਹੀਦੇ ਆ? ਵਿਮਨ ਦੇ, ਔਰਤ ਦੇ ਬਹੁਤ ਸਾਰੇ ਸ਼ੇਡਸ ਹੈਗੇ ਆ। ਜੇ ਅਸੀਂ ਦੇਖੀਏ ਤਾਂ ਇੱਕ ਔਰਤ ਦਾ ਬਹੁਤ ਵੱਡਾ ਰੋਲ ਹੈ ਇਸ ਸੁਸਾਇਟੀ ਦੇ ਵਿੱਚ। ਮੰਨਣਾ ਨਾ ਮੰਨਣਾ ਇਹ ਪਰਸਨ ਟੂ ਪਰਸਨ ਜਿਹੜਾ ਉਹ ਵੈਰੀ ਕਰਦਾ ਹੈ, ਕਿਉਂਕਿ ਕੋਈ ਕੀ ਸਮਝਦਾ, ਕੋਈ ਕੀ ਸੋਚਦਾ ਆ। ਇੱਕ ਔਰਤ ਹੀ ਆ ਜਿਹੜੀ ਜਨਮ ਦਿੰਦੀ ਆ ਹੈ ਨਾ, ਉਸ ਨੂੰ ਪਾਲਦੀ ਪੋਸਦੀ ਆ, ਫਿਰ ਬਾਅਦ ਵਿੱਚ ਸਾਰੀ ਉਮਰ ਉਹਨੂੰ ਕਦੀ ਕਿਸੇ ਦੇ ਗੱਲਾਂ ਸੁਣਨੀਆਂ ਪੈਂਦੀਆਂ ਆ, ਕਦੀ ਉਹਨੂੰ ਸੋਚਣਾ ਪੈਂਦਾ ਹੈ ਕਿ ਹਾਂ ਕਿ ਮੈਨੂੰ ਆਪਣੇ ਭਰਾ ਦੀ ਵੀ ਗੱਲ ਸੁਣਨੀ ਆ, ਆਪਣੇ ਫਾਦਰ ਦੀ ਵੀ ਸੁਣਨੀ ਹੈ, ਅੱਗੇ ਆਪਣੇ ਬੱਚਿਆਂ ਦੀ ਵੀ ਸੁਣਨੀ ਆ, ਸਾਰੇ ਪਰਿਵਾਰ ਦੀ ਵੀ ਸੁਣਨੀ ਆ। ਸੋ ਹਰ ਥਾਂ ਨਹੀਂ ਹੁੰਦੀਆਂ, ਬਹੁਤ ਅੱਜ ਕੱਲ੍ਹ ਬਹੁਤ ਜਿਹੜੀਆਂ ਲੇਡੀਜ਼ ਹੈਗੀਆਂ ਆ, ਜਾਂ ਬਹੁਤ ਧੀਆਂ ਕਹਿ ਲਈਏ ਜਾਂ ਬਹੁਤ ਭੈਣਾਂ ਕਹਿ ਲਈਏ, ਉਹਨਾਂ ਨੂੰ ਪੂਰੀ ਰਿਸਪੈਕਟ ਵੀ ਮਿਲਦੀ ਹੈ, ਪੂਰੀ ਸਪੋਰਟ ਵੀ ਹੈਗੀ ਆ ਪੇਰੈਂਟਸ ਦੀ, ਪਰ ਫਿਰ ਵੀ ਕਿਤੇ ਨਾ ਕਿਤੇ ਸੁਸਾਇਟੀ ਵਿੱਚ ਉਹ ਵਖਰੇਵਾਂ ਜਿਹੜਾ ਉਹ ਨਜ਼ਰ ਆਉਂਦਾ ਆ। ਸੋ ਤੁਸੀਂ ਅੱਜ ਤੱਕ ਤੁਹਾਡੀ ਉਮਰ ਬਹੁਤ ਛੋਟੀ ਹੈ, ਤੇ ਮੈਨੂੰ ਲੱਗਦਾ ਕਿ ਜੋ ਤੁਹਾਡੇ ਵਿਚਾਰ ਆ, ਜੋ ਤੁਹਾਡੀ ਸੋਚ ਹੈ, ਸੋ ਉਸ ਉੱਤੇ ਵੀ ਗੱਲ ਕਰਾਂਗੇ ਕਿ ਅੱਗੇ ਤੁਸੀਂ ਕੀ ਕੁਛ ਸੋਚਿਆ ਕਰਨ ਦੇ ਲਈ। ਤੇ ਪਰ ਪਹਿਲਾਂ ਜੇ ਅਸੀਂ ਗੱਲ ਕਰੀਏ ਤੇ ਸੁਸਾਇਟੀ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਲਈ ਕੀ ਬਦਲਾਵ ਹੋਣੇ ਚਾਹੀਦੇ ਆ? ਸੁਸਾਇਟੀ ਨੂੰ ਆਪਣੀ ਸੋਚ ਵਿੱਚ ਕੀ ਬਦਲਾਵ ਲਿਆਉਣੇ ਚਾਹੀਦੇ ਆ, ਜਾਂ ਮਾਹੌਲ ਵਿੱਚ ਕੀ ਬਦਲਾਵ ਲਿਆਉਣੇ ਚਾਹੀਦੇ ਆ? ਪਹਿਲੀ ਗੱਲ ਤਾਂ ਜਿਹੜੀ ਸੁਸਾਇਟੀ ਇੱਕ ਇਕੁਐਲਿਟੀ ਮੰਗ ਰਹੀ ਹੈ ਕਿ ਬਾਇਓਲੋਜੀਕਲੀ ਇਕੁਐਲਿਟੀ ਤਾਂ ਅਨੈਚੁਰਲ ਥਿੰਗ ਹੈ, ਹੋ ਹੀ ਨਹੀਂ ਸਕਦੀ। ਤੁਸੀਂ ਇੱਕ ਕੁੜੀ ਨੂੰ ਇੱਕ ਮੁੰਡੇ ਦੇ ਨਾਲ ਲੜਾ ਹੀ ਨਹੀਂ ਸਕਦੇ। ਇਹ ਸਿਰਫ ਮੈਂ ਨਹੀਂ, ਇਹ ਬਾਇਓਲੋਜੀ ਇਟਸੈਲਫ ਸੇਜ਼। ਪਰ ਆਪਣੀ ਇੱਕ ਸੋਚ ਇੱਦਾਂ ਵਿਗੜ ਚੁੱਕੀ ਹੈ, ਪਤਾ ਨਹੀਂ ਅਸੀਂ ਇੱਕ ਗਲਤ ਫੈਮਿਨਿਜ਼ਮ ਦੇ ਤਰੀਕੇ ਤੇ ਪਹੁੰਚ ਗਏ ਹਾਂ ਕਿ ਹਾਂ ਤੁਸੀਂ ਕਿਤੇ ਨਾ ਕਿਤੇ ਕੁੜੀਆਂ ਨੂੰ ਮੁੰਡਿਆਂ ਦੇ ਨਾਲ ਲੜਾਉਣ ਐਂਡ ਪੜ੍ਹਾਉਣ, ਆਪਣੀ ਸੋਸ਼ਲ ਸਿਕਿਉਰਿਟੀ ਤੁਸੀਂ ਮਾਰਸ਼ਲ ਆਰਟਸ ਉਹ ਸਾਰੀਆਂ ਬਾਅਦ ਦੀਆਂ ਗੱਲਾਂ ਨੇ। ਜਿੱਦਾਂ ਇੱਕ ਮੁੰਡੇ ਨੂੰ ਦਿੱਤੀ ਜਾਂਦੀ ਹੈ ਕਿ ਹਾਂ ਇਹ ਇਸ ਚੀਜ਼ 'ਚ ਚੰਗਾ ਹੈ, ਇਹਨੂੰ ਪ੍ਰੋਫੈਸ਼ਨਲਿਜ਼ਮ। ਕੁੜੀਆਂ ਦੇ ਪ੍ਰੋਫੈਸ਼ਨਲਿਜ਼ਮ ਕੋਰਸਿਸ ਹੀ ਕਿੰਨੇ ਨੇ? ਕਢਾਈ ਦਾ ਕੋਈ ਪ੍ਰੋਫੈਸ਼ਨਲਿਜ਼ਮ ਕੋਰਸ ਨਹੀਂ ਹੈ, ਠੀਕ ਹੈ। ਹੋਮ ਸਾਇੰਸਿਸ ਨੂੰ ਕੋਈ ਇੱਦਾਂ ਨਹੀਂ ਦਿੱਤਾ ਜਾਂਦਾ ਹੈਗਾ। ਪਹਿਲੀ ਗੱਲ ਤਾਂ ਜਿਹੜੀਆਂ ਮੈਂ ਜਿੱਦਾਂ ਪਹਿਲਾਂ ਵੀ ਕਹਿ ਚੁੱਕੀ ਹਾਂ, ਗਰਾਊਂਡ ਰੂਟ ਲੈਵਲ ਤੋਂ ਸਟਾਰਟ ਕਰਨਾ ਚਾਹੀਦਾ। ਇੱਕ ਫੈਮਿਲੀ ਦੇ ਵਿੱਚ ਡਿਸੀਜਨ ਮੇਕਿੰਗ ਕਿੰਨੀ ਕੁ ਹੈ ਕੁੜੀਆਂ ਦੀ? ਬਿਲਕੁਲ ਵੀ ਨਹੀਂ ਹੈਗੀ। ਕਿਸੇ ਨੇ ਘਰ ਪਾਉਣਾ ਹੈ, ਬਸ ਮੇਰਾ ਵੀਰਾ ਵੀ ਇੱਦਾਂ ਕਹਿ ਗਿਆ, ਮੇਰਾ ਤਾਇਆ ਵੀ ਇੱਦਾਂ ਕਹਿ ਗਿਆ, ਮੈਨੂੰ ਪੁੱਛਿਆ, ਮੇਰੀ ਮੰਮਾ ਨੂੰ ਪੁੱਛਿਆ, ਮੇਰੀ ਦਾਦੀ ਨੂੰ ਪੁੱਛਿਆ, ਨਹੀਂ। ਤੁਸੀਂ ਘਰ ਵੀ ਪਾ ਲਓਗੇ, ਤੁਸੀਂ ਸਭ ਕੁਝ ਹੋ ਜਾਏਗਾ। ਉਹਦੇ ਵਿੱਚ ਇੱਕ ਡਿਸੀਜਨ ਮੇਕਿੰਗ ਹੈ ਜਿਹੜਾ ਉਹ ਕੁੜੀਆਂ ਦਾ ਕਿੰਨਾ ਕੁ ਹੋਏਗਾ? ਬਿਲਕੁਲ ਵੀ ਨਹੀਂ ਹੋਏਗਾ। ਡਿਸੀਜਨ ਮੇਕਿੰਗ ਤੋਂ ਸਟਾਰਟ ਹੁੰਦੇ ਫਿਰ ਉਹਦਾ ਜਿਹੜਾ ਇੱਕ ਟੈਲੈਂਟ ਹੈ ਉਹਨੂੰ ਐਕਨੋਲੇਜ ਕੀਤਾ ਜਾ ਰਿਹਾ ਕਿ ਨਹੀਂ। ਕੋਈ ਪੇਂਟਿੰਗ ਦੇ ਵਿੱਚ ਚੰਗੀ ਹੈ, ਕੋਈ ਕੁਕਿੰਗ ਦੇ ਵਿੱਚ ਚੰਗੀ ਹੈ, ਉਹਨੂੰ ਅੱਗੇ ਪ੍ਰੋਫੈਸ਼ਨਲ ਲਾਈਨਸ ਦਿੱਤੀਆਂ ਜਾ ਰਹੀਆਂ ਕਿ ਨਹੀਂ, ਜੋ ਕਿ ਅੱਜ ਵੀ ਸਾਡੇ ਇੱਕ ਐਜੂਕੇਸ਼ਨ ਸਿਸਟਮ ਕਹਿ ਲਓ ਜਾਂ ਕੋਈ ਵੀ ਸਿਸਟਮ ਕਹਿ ਲਓ, ਉਹਦੇ ਵਿੱਚ ਜਿਹੜੀਆਂ ਕੁੜੀਆਂ ਦੀਆਂ ਪ੍ਰੋਫੈਸ਼ਨਲ ਜਿਹੜੀਆਂ ਐਕਨੋਲੇਜ ਕਰਨ ਵਾਲੀਆਂ ਚੀਜ਼ਾਂ ਨੇ, ਗਲੋਰੀਫਾਈ ਕਰਨ ਵਾਲੀਆਂ ਨੇ ਚੀਜ਼ਾਂ, ਉਹਨਾਂ ਨੂੰ ਨਹੀਂ ਕੀਤਾ ਜਾ ਰਿਹਾ। ਹੁਣ ਤੁਸੀਂ ਆਪ ਦੱਸੋ, ਜੇ ਇੱਕ ਕੁੜੀ ਹੋਏਗੀ ਜਿਹਦਾ ਟੈਲੈਂਟ ਇਹ ਹੈ ਕਿ ਉਹਨੇ ਘਰ ਸੰਭਾਲਣਾ ਹੈ, ਪੂਰਾ ਮੈਨੇਜ ਕਰਨਾ ਹੈ, ਜੇ ਉਹ ਨਹੀਂ ਹੋਏਗੀ ਤਾਂ ਜਿਹੜਾ ਮੇਲ ਫੈਕਟਰ ਹੈ ਉਹ ਆਪਣਾ ਕੰਮ ਆਪ ਕਰ ਪਾਏਗਾ? ਨਹੀਂ। ਜਿਸ ਦਿਨ ਅਸੀਂ ਇਹਨਾਂ ਚੀਜ਼ਾਂ ਨੂੰ ਐਕਨੋਲੇਜ ਕਰਨ ਲੱਗ ਜਾਵਾਂਗੇ, ਇੱਕ ਜੌਬ ਵਾਂਗੂ ਓਨਾ ਹੀ ਦਰਜਾ ਦੇਣ ਲੱਗ ਜਾਵਾਂਗੇ, ਉਸ ਦਿਨ ਆਪਾਂ ਚੇਂਜ ਸੋਚ ਸਕਦੇ ਹਾਂ। ਬਿਲਕੁਲ। ਅੰਮ੍ਰਿਤ, ਅੱਗੇ ਕੀ ਕੁਛ ਸੋਚਿਆ? ਕਿਉਂਕਿ ਅਜੇ ਤੱਕ ਤਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਆ, ਪੋਸਟ ਗ੍ਰੈਜੂਏਸ਼ਨ ਲਈ ਅੱਗੇ ਤੁਸੀਂ ਜਿਹੜਾ ਆ ਉਹ ਸੋਚ ਰਹੇ ਹੋ।
ਕੁਝ ਸੋਸ਼ਲੀ ਕੁਝ ਕਿਸੇ ਸੰਸਥਾ ਨਾਲ ਜੁੜਨ ਬਾਰੇ ਜਾਂ ਕੁਝ ਅੱਗੇ ਹੋਰ ਫਿਊਚਰ ਪਲੈਨਿੰਗਸ ਕੀ ਹੈਗੀਆਂ ਆ? ਕਿਉਂਕਿ ਤੁਸੀਂ ਬੋਲਦੇ ਵੀ ਹੋ, ਬਹੁਤ ਘੱਟ ਕੁੜੀਆਂ ਹੈਗੀਆਂ ਨੇ, ਸੋਚਦੀਆਂ ਸ਼ਾਇਦ ਬਹੁਤ ਹੁੰਦੀਆਂ ਨੇ ਆਪਣੇ ਦਿਲ ਦੇ ਵਿੱਚ ਕਿ ਅਸੀਂ ਸਾਨੂੰ ਵੀ ਇਦਾਂ ਦਾ ਮਾਹੌਲ ਮਿਲੇ, ਅਸੀਂ ਵੀ ਇਸ ਪਲੇਟਫਾਰਮ ਤੇ ਪਹੁੰਚੀਏ, ਅਸੀਂ ਵੀ ਇੱਥੇ ਬੋਲ ਸਕੀਏ ਖੜ ਕੇ, ਹੈ ਨਾ। ਬਹੁਤ ਘੱਟ ਕੁੜੀਆਂ ਉੱਥੇ ਪਹੁੰਚਦੀਆਂ ਨੇ, ਜਾਂ ਘਰੋਂ ਬਾਹਰ ਨਿਕਲਦੀਆਂ ਨੇ, ਜਾਂ ਘਰਦਿਆਂ ਵੱਲੋਂ ਸਪੋਰਟ ਹੁੰਦੀ ਆ ਕਿ ਉਹ ਬਾਹਰ ਨਿਕਲਣ, ਕਿਸੇ ਪ੍ਰੋਟੈਸਟ ਵਿੱਚ ਨਿਕਲਣ, ਜਾਂ ਉਹ ਇਹਨਾਂ ਮੁੱਦਿਆਂ ਤੇ ਗੱਲ ਕਰਨ। ਅਜੇ ਵੀ ਬਹੁਤ ਘੱਟ ਹੈਗੀਆਂ, ਜਾਂ ਕਹਿ ਲਈਏ ਕਿ ਕਈਆਂ ਨੂੰ ਮਾਹੌਲ ਹੀ ਇਹੋ ਜਿਹਾ ਮਿਲਿਆ ਹੁੰਦਾ ਹੈ ਕਿ ਜ਼ਰੂਰੀ ਵੀ ਨਹੀਂ ਸਮਝਦੇ। ਸੋ ਤੁਸੀਂ ਨਿਕਲਣਾ ਸ਼ੁਰੂ ਕੀਤਾ ਹੈ, ਇਹਨਾਂ ਚੀਜ਼ਾਂ ਤੇ ਬੋਲਣਾ ਸ਼ੁਰੂ ਕੀਤਾ ਹੈ, ਤੁਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਹੋ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅੱਗੇ ਕਿਸੇ ਸੰਸਥਾ ਨਾਲ ਜੁੜਨ ਬਾਰੇ ਜਾਂ ਕੁਝ ਅਜਿਹੇ ਕੰਮ ਬਾਰੇ ਸੋਚਿਆ ਹੈ ਤੁਸੀਂ ਕਿ ਕੀ ਕੁਝ ਕਰਨਾ ਹੈ ਫਿਊਚਰ ਵਿੱਚ? ਕਿਉਂਕਿ ਅਜੇ ਉਮਰ ਬਹੁਤ ਛੋਟੀ ਹੈ, ਅਜੇ ਹੋਰ ਬਹੁਤ ਕੁਝ, ਕੀ ਕੁਝ ਸੋਚਿਆ ਅੱਗੇ? ਐਜ਼ ਆਈਵ ਆਲਰੇਡੀ ਟੋਲਡ ਕਿ ਐਕਸਪੈਕਟੇਸ਼ਨਸ ਨਹੀਂ ਰੱਖਦੀ, ਜਿੱਦਾਂ ਹੀ ਕੋਈ ਓਪਰਚੁਨਿਟੀ ਆਉਂਦੀ ਉਹਨੂੰ ਗ੍ਰੈਬ ਜ਼ਰੂਰ ਕਰੀਦਾ। ਜਿੱਦਾਂ ਤੁਹਾਨੂੰ ਜਿੱਥੇ ਜਿੱਥੇ ਮੌਕੇ ਮਿਲਦੇ ਹੈ ਆਪਣਾ ਕੰਟਰੀਬਿਊਸ਼ਨ ਦੇਣ ਲਈ, ਉੱਥੇ ਉੱਥੇ ਦਿੱਤਾ ਹੈ, ਪਰ ਹਲੇ ਕੁਝ ਇੱਦਾਂ ਸੋਚਿਆ ਤਾਂ ਨਹੀਂ ਹੈ। ਪਰ ਜੇ ਰੱਬ ਨੇ ਚਾਹਿਆ ਤੇ ਇੱਦਾਂ ਦਾ ਕੋਈ ਮੌਕਾ ਮਿਲਿਆ ਤੇ ਮੇਰੀ ਉਨੀ ਹੈਸੀਅਤ ਹੋਈ ਕਿ ਮੈਂ ਉਹਨੂੰ ਨਿਭਾ ਸਕਾਂ, ਤਾਂ ਮੈਂ ਕਦੇ ਵੀ ਉਹਨੂੰ ਉਹ ਨਹੀਂ ਕਰੂੰਗੀ, ਜਾਣ ਨਹੀਂ ਦੂੰਗੀ, ਮੌਕਾ ਜਾਣ ਨਹੀਂ ਦੂੰਗੀ। ਸੋ ਕੀ ਕਹਿਣਾ ਚਾਹੋਗੇ ਹੋਰਨਾਂ ਕੁੜੀਆਂ ਨੂੰ, ਬਾਕੀ ਕੁੜੀਆਂ ਨੂੰ, ਜੋ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਰਨਾ ਚਾਹੀਦਾ ਪਰ ਉਹ ਕਰ ਨਹੀਂ ਰਹੀਆਂ? ਮੈਂ ਕੁੜੀਆਂ ਨੂੰ ਇਹ ਬੋਲਣਾ ਚਾਹੂੰਗੀ ਕਿ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਫੈਮਿਨਿਜ਼ਮ ਦੀ ਗੱਲ ਕਰਨੀ ਹੈ ਤਾਂ ਭੁੱਲ ਜਾਓ ਕਿ ਤੁਹਾਡੀ ਏਜ ਕੀ ਹੈ। ਤੁਸੀਂ ਛੋਟੇ ਹੋ ਵੱਡੇ ਹੋ ਉਹ ਮੈਟਰ ਨਹੀਂ ਕਰੇਗਾ। ਤੁਸੀਂ ਜੇ ਛੋਟੇ ਹੁੰਦੇ ਤੋਂ ਬੋਲਣ ਲੱਗੋਗੇ ਤਾਂ ਤੁਹਾਡੇ 'ਚ ਜਾ ਕੇ ਇੱਕ ਵਿਲ ਪਾਵਰ ਵੱਡੇ ਤੱਕ ਉਹ ਬਚੀ ਰਹੇਗੀ, ਉਹ ਐਨਰਜੀ ਬਚੀ ਰਹੇਗੀ। ਜੇ ਤੁਸੀਂ ਛੋਟੇ ਹੁੰਦੇ, ਜੇ ਤੁਸੀਂ ਪਹਿਲਾਂ ਹੀ ਆ ਸੋਚ ਲਿਆ ਕਿ ਮੇਰੀ ਹਲੇ ਉਮਰ ਨਹੀਂ ਹੈ ਜਾਂ ਮੈਨੂੰ ਇੱਕ ਪਲੈਟਫਾਰਮ ਦਿੱਤਾ ਜਾਏਗਾ ਕਿਸੇ ਜ਼ਮਾਨੇ ਕਿਸੇ ਟਾਈਮ 'ਤੇ ਜਾ ਕੇ, ਤਾਂ ਉਹ ਕਦੇ ਨਹੀਂ ਆਏਗਾ। ਇਹ ਤੁਹਾਨੂੰ ਆਪ ਗ੍ਰੈਬ ਕਰਨਾ ਪੈਣਾ, ਤੁਹਾਨੂੰ ਆਪ ਜਿਹੜੀਆਂ ਓਪਰਚੁਨਿਟੀਜ਼ ਨੇ ਆਪ ਲੈਣੀਆਂ ਪੈਣੀਆਂ। ਫਿਰ ਭਾਵੇਂ ਤੁਸੀਂ ਉਹ ਪ੍ਰੋਟੈਸਟ ਵਿੱਚ ਜਾ ਕੇ ਲਵੋ, ਕਿਉਂਕਿ ਇਹ ਸਟੇਜ 'ਤੇ ਜਿਹੜੇ ਲੀਡਰਸ ਬੋਲਦੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਵੂਮਨ ਐਮਪਾਵਰਮੈਂਟ ਲਈ ਆਹ ਕਰ ਰਹੇ ਹਾਂ ਉਹ ਕਰ ਰਹੇ ਹਾਂ, ਜਿੱਦਣ ਕੋਈ ਸ਼ਰਮਨਾਕ ਘਟਨਾ ਹੁੰਦੀ ਹੈ ਕਿੰਨੇ ਕੁ ਬੋਲਦੇ ਨੇ ਇੱਥੇ। ਕੌਣ ਇਸ ਦੇਸ਼ ਦੇ ਵਿੱਚ ਕੌਣ ਹੀ ਜਸਟਿਸ ਦੀਆਂ ਗੱਲਾਂ ਕਰਦਾ ਹੈ? ਹੁਣ ਨਿਰਭਇਆ ਕੇਸ ਲੈ ਲਓ, ਹੁਣ ਜਿਹੜਾ ਯੂਪੀ ਦੇ ਵਿੱਚ ਕੇਸਿਸ ਹੋਏ ਨੇ, ਇੰਨਾ ਟਾਈਮ ਲੱਗਣਾ ਚਾਹੀਦਾ ਸੀਗਾ ਇਹਨਾਂ ਦੇ ਇੱਕ ਸਿੱਟੇ 'ਤੇ ਪਹੁੰਚਣ ਦਾ? ਕਿ ਮਤਲਬ ਜੇ ਤੁਹਾਨੂੰ ਇਹਨਾਂ ਚੀਜ਼ਾਂ ਵਾਸਤੇ ਵੀ ਇੱਕ ਟਰਾਇਲਸ ਬਹੁਤ ਵੱਡੇ ਵੱਡੇ ਕੋਰਟ ਵਿੱਚ ਕਰਨੇ ਪੈ ਰਹੇ ਕਿ ਠੀਕ ਹੋਇਆ ਜਾਂ ਗਲਤ ਹੋਇਆ, ਫਿਰ ਇਹ ਦੇਸ਼ ਕਿੱਧਰ ਦੀ ਹੀ ਤਰੱਕੀ ਕਰੇਗਾ? ਤੇ ਇਹਨਾਂ ਗੱਲਾਂ ਵਾਸਤੇ, ਆਪਣੇ ਹੱਕਾਂ ਵਾਸਤੇ ਲੜਨ ਵਾਸਤੇ, ਕਿਉਂਕਿ ਇੱਕ ਵਰਕਿੰਗ ਪਲੇਸ, ਜੇ ਤੁਸੀਂ ਵਰਕਿੰਗ ਪਲੇਸ 'ਤੇ ਵੀ ਜਾ ਰਹੇ ਹੋ, ਤੁਸੀਂ ਕਿਸੇ ਦੇ ਅੰਡਰ ਕੰਮ ਕਰ ਰਹੇ ਹੋ ਜਾਂ ਤੁਸੀਂ ਵੱਡੀ ਪੋਸਟ 'ਤੇ ਕੰਮ ਕਰ ਰਹੇ ਹੋ, ਕਿਤੇ ਨਾ ਕਿਤੇ ਤੁਹਾਡਾ ਇੱਕ ਕਰੈਕਟਰ ਐਸੈਸੀਨੇਟ ਕਰਨ ਲੱਗ ਜਾਣਗੇ। ਜੇ ਤੁਸੀਂ ਇੱਕ ਬੋਲਡ, ਇੱਕ ਸਟਰੋਂਗ ਉਹਦੇ ਵਾਂਗੂ ਉੱਠੋਗੇ ਤਾਂ ਤੁਹਾਡਾ ਕਰੈਕਟਰ ਐਸੈਸੀਨੇਟ ਕਰਨ ਲੱਗ ਜਾਣਗੇ। ਅੰਮ੍ਰਿਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਏ, ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕੀਤੇ ਆ। ਸੋ ਵਧੀਆ ਲੱਗਿਆ ਤੁਹਾਡੀ ਸੋਚ ਜਾਣ ਕੇ ਵੀ, ਤੇ ਵਧੀਆ ਗੱਲ ਹੈ ਕਿ ਤੁਹਾਨੂੰ ਫੈਮਿਲੀ ਵੱਲੋਂ ਵੀ ਜਿਹੜਾ ਇਹ ਸਪੋਰਟ ਮਿਲੀ ਹੈਗੀ ਆ। ਸੋ ਬਹੁਤ ਸਾਰੀਆਂ ਸਮਾਜ ਦੇ ਵਿੱਚ ਕੁੜੀਆਂ, ਬਹੁਤ ਸਾਰੀਆਂ ਔਰਤਾਂ ਹੈਗੀਆਂ ਨੇ ਜਿਹੜਾ ਕਿ ਥੋੜ੍ਹਾ ਹਟ ਕੇ ਸੋਚਦੀਆਂ ਵੀ ਨੇ, ਤਾਂ ਹਟ ਕੇ ਕਰਨ ਦੀ ਹਿੰਮਤ, ਜਜ਼ਬਾ ਵੀ ਰੱਖਦੀਆਂ ਨੇ। ਜੇ ਅਸੀਂ ਔਰਤ ਦੀ ਗੱਲ ਕਰੀਏ ਤਾਂ ਔਰਤ ਦਾ ਤਾਂ ਹਰ ਸ਼ੇਡ ਬਹੁਤ ਸੋਹਣਾ, ਬਹੁਤ ਖੂਬਸੂਰਤ ਹੈ, ਪਰ ਉਸ ਸ਼ੇਡ ਨੂੰ ਸੰਭਾਲਣ ਦੇ ਲਈ, ਉਸ ਖੂਬਸੂਰਤ ਜਿਹੜੀ ਸ਼ੇਡ ਨੂੰ, ਹਰ ਇੱਕ ਸ਼ੇਡ ਨੂੰ ਜਿਹੜਾ ਸੰਭਾਲ ਕੇ ਰੱਖਣ ਲਈ ਸਾਨੂੰ ਘਰ ਤੋਂ ਵੀ ਜਿਹੜਾ ਸ਼ੁਰੂ ਕਰਨਾ ਪਏਗਾ, ਘਰ ਤੋਂ ਵੀ ਐਫਰਟਸ ਕਰਨੇ ਪੈਣਗੇ, ਤੇ ਸੋਸਾਇਟੀ ਵਿੱਚ ਵੀ ਇਹੋ ਜਿਹਾ ਮਾਹੌਲ ਜਿਹੜਾ ਬਣਾ ਕੇ ਰੱਖਣਾ ਪਊਗਾ ਕਿ ਔਰਤ ਦੇ ਹਰ ਸ਼ੇਡ ਨੂੰ ਰਿਸਪੈਕਟ ਮਿਲ ਸਕੇ, ਇੱਜ਼ਤ ਮਿਲ ਸਕੇ, ਉਹਦੀਆਂ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ ਸਮਝਿਆ ਜਾ ਸਕੇ। ਸੋ ਅਗਲੇ ਹਫਤੇ ਅਸੀਂ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਹਸਤੀ ਦੇ ਨਾਲ, ਕਿਸੇ ਹੋਰ ਪਰਸਨੈਲਿਟੀ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।